ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਪ ਬੜ ਭਾਗੇ ਹੋ, ਬੜੇ ਹੀ ਭਾਗਾਂ ਵਾਲੇ ਹੋ। ਸਤਿਗੁਰਾਂ ਦੀ ਬਖਸ਼ਿਸ਼। ਆਓ ਗੁਰਬਾਣੀ ਦੀ, ਗੁਰ ਇਤਿਹਾਸ ਦੀ ਸਾਂਝ ਪਾਈਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਜੀਵਨ ਦੇ ਵਿੱਚੋਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਪਿੱਛੇ ਜੋ ਆਪਾਂ ਵਿਚਾਰ ਸੁਣੀ ਸੀ, ਉਹ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਾਡੇ ਜੀਵਨ ਦੇ ਵਿੱਚੋਂ ਕੱਚ ਨਾਲੋਂ ਤੋੜ ਕੇ ਸੱਚ ਨਾਲ ਜੋੜਨ ਦਾ ਯਤਨ ਕੀਤਾ। ਇੱਕ ਨਹੀਂ, ਅਨੇਕਾਂ ਲੋਕ ਸੱਚ ਦੇ ਵਪਾਰੀ ਵੀ ਬਣੇ। ਜਾਣੀ ਕਿ ਜਨੇਊ ਵਾਲੀ ਸਾਖੀ ਤੋਂ ਕਾਫੀ ਕੁਝ ਸਾਨੂੰ ਸਿੱਖਣ ਨੂੰ ਪ੍ਰਾਪਤ ਹੋਇਆ। ਉਸ ਤੋਂ ਬਾਅਦ ਦੀ ਵਿਚਾਰ ਅੱਗੇ ਕੀ ਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਘਰ ਦੇ ਵਿੱਚ ਪੁਰਖੀ ਕੀਤਾ, ਜਿਹਨੂੰ ਆਪਾਂ ਇਉਂ ਵੀ ਕਹਿ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਬਾਪ ਦੇ ਨਾਲ ਘਰ ਦੇ ਕੰਮ ਧੰਦੇ ਕਰਵਾਉਣੇ ਨੇ, ਉਹ ਵੀ ਕਰਵਾਉਣੇ ਸ਼ੁਰੂ ਕੀਤੇ। ਜਿਵੇਂ ਕਿ ਜੇਕਰ ਮੱਝਾਂ ਗਾਵਾਂ ਚਾਰਨ ਦਾ ਵੀ ਆਉਂਦਾ, ਚਲੋ ਕੋਈ ਗੁਨਾਹ ਨਹੀਂ, ਪਾਤਸ਼ਾਹ ਨੇ ਇਹ ਕਾਰਜ ਵੀ ਕੀਤੇ। ਪਰ ਗੁਰੂ ਸਾਹਿਬ ਜੀ ਦੇ ਜੋ ਲੱਛਣ ਨੇ, ਉਹਨਾਂ ਦੇ ਜੀਵਨ ਦੀ ਜੋ ਸੱਚਾਈ ਆ, ਉਹਨੂੰ ਵੇਖਦਿਆਂ ਹੋਇਆਂ ਬਾਪ ਨੂੰ ਇਉਂ ਲੱਗ ਰਿਹਾ ਵੀ ਮੇਰਾ ਪੁੱਤ ਖਬਰੇ ਕੋਈ ਮਾਨਸਿਕ ਰੋਗੀ ਆ, ਵੀ ਜਿਹੜਾ ਏਦਾਂ ਦੇ ਕੰਮ ਕਰਦਾ। ਹਜੇ ਬਾਪੂ ਨੂੰ ਪਹਿਚਾਣ ਨਹੀਂ ਆਈ। ਵੈਦ ਨੂੰ ਬੁਲਾਇਆ ਜਾਂਦਾ ਘਰ ਦੇ ਵਿੱਚ। ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਕੁਝ ਏਦਾਂ ਦਾ ਵਿਵਹਾਰ ਦੇਖ ਕੇ, ਜਿਵੇਂ ਜਨੇਊ ਤੋਂ ਮਨਾ ਕਰ ਦੇਣਾ, ਇੱਕ ਪ੍ਰਮਾਤਮਾ ਦੀ ਗੱਲ ਕਰਨੀ, ਆਪਣੇ ਘਰ ਦੇ ਵਿੱਚ ਜਿਵੇਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਰਮ ਮਿੱਤਰ ਭਾਈ ਮਰਦਾਨਾ ਜੀ, ਭਾਈ ਮਰਦਾਨਾ ਜੀ ਦੇ ਬਾਪ ਦਾ ਆਉਣ ਜਾਣ ਬਣਿਆ ਰਹਿੰਦਾ ਸੀ। ਭਾਈ ਬਦਰਾ ਜੀ ਦਾ ਮਰਦਾਨਾ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ।
ਇਦਾਂ ਦੇ ਕਾਰਜ ਗੁਰੂ ਸਾਹਿਬ ਜੀ ਕਰਦੇ ਆ ਜਦੋਂ, ਤਾਂ ਬਾਪ ਨੂੰ ਫਿਕਰ ਆ। ਤਾਂ ਉਹਦੇ ਵਿੱਚੋਂ ਇੱਕ ਸਾਨੂੰ ਦਾਸਤਾਨ ਮਿਲਦੀ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵੀ ਇਹ ਸ਼ਬਦ ਸੁਸ਼ੋਭਿਤ ਕੀਤੇ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤ ਵਾਰ ਜਮਦੂਤ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਮਤਲਬ ਵੈਦ ਬੁਲਾਇਆ ਗਿਆ, ਵੈਦ ਆ ਕੇ ਗੁਰੂ ਪਾਤਸ਼ਾਹ ਦੀ ਪਰਖ ਕਰਦਾ, ਰੋਗ ਦੇਖਦਾ, ਪਰ ਰੋਗ ਕੋਈ ਨਹੀਂ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਦੁੱਖ ਤਾਂ ਬਹੁਤ ਹਨ, ਮੌਤ ਦਾ ਦੁੱਖ ਵੀ ਆ, ਸਰੀਰਕ ਬਿਮਾਰੀਆਂ ਦਾ ਦੁੱਖ ਵੀ ਆ, ਪਰ ਸਭ ਤੋਂ ਵੱਡਾ ਇੱਥੇ ਪਾਤਸ਼ਾਹ ਨੇ ਵਿਛੋੜੇ ਦਾ ਦੁੱਖ ਲਿਖਿਆ। ਪਰਮਾਤਮਾ ਨਾਲੋਂ ਵਿਛੜ ਜਾਣਾ, ਪਰਮਾਤਮਾ ਨਾਲੋਂ ਟੁੱਟ ਜਾਣਾ। ਤੇ ਆਪਾਂ ਨੂੰ ਪਤਾ ਬਾਣੀ ਵੀ ਹਾਮੀ ਭਰਦੀ ਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮਾਤਮਾ ਨੂੰ ਟੁੱਟੇ ਹੋਇਆਂ ਨੂੰ ਰੋਗ ਆਣ ਚੁੰਬੜਦੇ ਨੇ। ਤਾਂਹੀਓ ਪਾਤਸ਼ਾਹ ਜੀ ਕਹਿੰਦੇ ਨੇ, ਹਰ ਹਰ ਚਰਨ ਰਿਧੈ ਉਰ ਧਾਰੇ। ਮਤਲਬ ਵੈਦ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਬਾਪ ਦੇ ਕਹਿਣ ਤੇ ਕੋਈ ਬਿਮਾਰੀ ਨਹੀਂ ਲੱਗੀ। ਹੁਣ ਇੱਥੇ ਭਾਈ ਮਰਦਾਨਾ ਜੀ ਘਰ ਦੇ ਵਿੱਚ ਆਉਂਦੇ ਨੇ ਆਪਣੇ ਬਾਪੂ ਦੇ ਨਾਲ, ਭਾਈ ਬਦਰਾ ਜੀ ਦੇ ਨਾਲ। ਮਰਦਾਨੇ ਦੇ ਨਾਲ ਸਨੇਹ ਬਣ ਗਿਆ। ਇੱਕ ਦਿਨ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਕੋਲ ਚਲੇ ਗਏ ਤੇ ਮਰਦਾਨਾ ਜੀ ਨੂੰ ਜਾ ਕੇ ਕਹਿੰਦੇ ਨੇ, ਕੀ ਕਹਿੰਦੇ ਨੇ, ਭਾਈ ਦਾਨਿਆ ਕੀ ਕਰਦਾ ਪਿਆ? ਤੇ ਅੱਗੋਂ ਮਰਦਾਨਾ ਉਸ ਟਾਈਮ ਤੇ ਕੀ ਕਰਦਾ ਸੀ? ਰਵਾਬ ਵਜਾ ਰਿਹਾ ਗਾ। ਜਾਨੀ ਕਿ ਜੋ ਇਸ ਪਰਿਵਾਰ ਦੇ ਨਾਲ ਪੁਰਖੀ ਕਿੱਤਾ ਜੁੜਿਆ ਹੋਇਆ। ਤਾਂ ਦਾਨਾ ਜੀ ਕਹਿੰਦੇ, ਅਸੀਂ ਰਵਾਬ ਵਜਾ ਰਹੇ ਹਾਂ। ਕਿਉਂ ਵਜਾਉਣਾ? ਕਿਉਂਕਿ ਮੈਂ ਰਿਆਜ਼ ਕਰਦਾ, ਮੈਂ ਕੱਲ ਨੂੰ ਘਰਾਂ ਦੇ ਵਿੱਚ ਵਜਾਵਾਂਗਾ, ਲੋਕਾਂ ਨੂੰ ਕੁਝ ਸੁਣਾਵਾਂਗਾ ਤੇ ਲੋਕ ਮੈਨੂੰ ਕੁਝ ਦੇਣਗੇ, ਤੇ ਉਹ ਦਿੱਤੇ ਹੋਏ ਦੇ ਨਾਲ ਮੈਂ ਆਪਣਾ ਪਰਿਵਾਰ ਚਲਾ ਲੈਣਾ। ਸਾਡੀ ਮਿਹਨਤ ਮਜ਼ਦੂਰੀ ਆ। ਤੇ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਭਲਾ ਰਵਾਬ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੇ ਵਜਾਈਏ। ਹੁਣ ਤਾਂ ਤੂੰ ਲੋਕਾਂ ਦੇ ਨਾਮ ਤੇ ਰਵਾਬ ਵਜਾਉਣਾ ਨਾ, ਜੇ ਉਸ ਪਰਮਾਤਮਾ ਦੇ ਨਾਮ ਤੇ ਵਜਾਈਏ ਭਲਾ ਫੇਰ। ਤੇ ਮਰਦਾਨਾ ਜੀ ਕਹਿੰਦੇ ਵੀ ਮੈਂ ਤੇਰੀ ਗੱਲ ਸਮਝਿਆ ਨਹੀਂ। ਹਾਂ, ਤੂੰ ਕੀ ਕਹਿੰਦਾਗਾ? ਜਾਨੀ ਕਿ ਲੋਕਾਂ ਦੇ ਘਰਾਂ ਵਿੱਚ ਰਬਾਬ ਵਜਾਉਣਾ, ਤੈਨੂੰ ਕੁਝ ਮਿਲ ਜਾਂਦਾ, ਪਰ ਜੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਰਬਾਬ ਵਜਾਈਏ, ਰੱਬ ਦੇ ਨਾਂ ਤੇ ਰਬਾਬ ਵਜਾਈਏ, ਉਹ ਪਰਮਾਤਮਾ ਨੇ ਵੀ ਤੈਨੂੰ ਕੁਝ ਦੇਣਾ। ਬਾਹਰੀ ਤੌਰ ਤੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੁਝ ਗਾ ਕੇ ਮਿਲਦਾ, ਤੇ ਜੇ ਆਪਾਂ ਰੱਬ ਨੂੰ ਖੁਸ਼ ਕਰ ਲਈਏ, ਰੱਬ ਦੇ ਨਾਂ ਤੇ ਰਬਾਬ ਵਜਾਈਏ, ਤੇ ਫੇਰ ਭਲਾ। ਤੇ ਮਰਦਾਨੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ, ਨਾਨਕਾ ਤੈਨੂੰ ਪਤਾ ਨਾ ਵੀ ਮੈਂ ਰਬਾਬ ਵੀ ਵਜਾਉਣਾ ਤੇ ਮੈਂ ਗਾਉਣਾ ਵੀ ਆ, ਤੇ ਰੱਬ ਦੇ ਨਾਂ ਤੇ ਤਾਂ ਮੈਨੂੰ ਗੀਤ ਗਾਉਣੇ ਨਹੀਂ ਆਉਂਦੇ, ਲੋਕਾਂ ਦੇ ਨਾਂ ਤੇ ਤਾਂ ਗੀਤ ਗਾਉਣੇ ਆਉਂਦੇ ਆ ਨਾ। ਲੋਕਾਂ ਨੂੰ ਤਾਂ ਮੈਂ ਕੁਝ ਗਾ ਕੇ ਸੁਣਾ ਕੇ ਨਿਹਾਲ ਕਰ ਦਿੰਨਾ, ਪਰ ਪਰਮਾਤਮਾ ਦੇ ਨਾਂ ਤੇ ਤਾਂ ਮੈਨੂੰ ਗੀਤ ਗਾਉਣੇ ਨਹੀਂ ਨਾ ਆਉਂਦੇ। ਜੇ ਪਰਮਾਤਮਾ ਦੇ ਨਾਂ ਤੇ ਗੀਤ ਨਹੀਂ ਗਾਉਣੇ ਆਉਂਦੇ ਤੇ ਭਲਾ ਫਿਰ ਰਬਾਬ ਵਜਾਈ ਦਾ ਵੀ ਕੀ ਫਾਇਦਾ? ਤੇ ਅੱਗੇ ਗੁਰੂ ਨਾਨਕ ਸਾਹਿਬ ਦਾ ਜਵਾਬ ਸੁਣੋ।
ਗੁਰੂ ਨਾਨਕ ਸਾਹਿਬ ਕਹਿੰਦੇ ਰਬਾਬ ਤੂੰ ਵਜਾਈ ਤੇ ਗੀਤ ਮੈਂ ਗਾਊਂਗਾ। ਮਰਦਾਨਾ ਹੱਸ ਪਿਆ, ਕਹਿੰਦਾ ਭਲਾ ਇਹ ਕਿਵੇਂ ਹੋ ਸਕਦਾ? ਤੂੰ ਪਟਵਾਰੀਆਂ ਦਾ ਪੁੱਤ, ਮੈਂ ਮਰਾਸੀਆਂ ਦਾ ਪੁੱਤ, ਇਹ ਤਾਂ ਹੋ ਹੀ ਨਹੀਂ ਸਕਦਾਗਾ ਵੀ ਤੂੰ ਗੀਤ ਗਾਵੇਂ। ਨਾ ਹੀ ਤੇਰੇ ਮੂੰਹੋਂ ਗੀਤ ਜਦੋਂ ਤੂੰ ਗਾਵੇਂਗਾ ਸੋਹਣੇ ਲੱਗਣ। ਕਿਉਂ? ਕਿਉਂਕਿ ਇਹ ਤਾਂ ਸਾਡਾ ਕਿੱਤਾ, ਵੀ ਤੁਹਾਡਾ ਕਿੱਤਾ ਥੋੜੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਅਸੀਂ ਗਾਵਾਂਗੇ ਤੂੰ ਰਬਾਬ ਵਜਾਈ। ਅਸੀਂ ਗਾਵਾਂਗੇ ਤੇ ਤੂੰ ਰਬਾਬ ਵਜਾਉਣੀ ਆ, ਵਜਾਈ। ਤੇ ਭਾਈ ਗੁਰਦਾਸ ਨੇ ਵੀ ਲਿਖਿਆ, ਭਲਾ ਰਬਾਬ ਵਜਾਏਂਦਾ। ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾ ਬਹੁਤ ਪਿਆਰਾ ਸਿੱਖ ਸੇਵਕ ਕਹਿ ਲੋ, ਤੇ ਅੱਜ ਰਬਾਬ ਵਜਾਉਣ ਬਾਰੇ ਰਾਏ ਕਰ ਰਿਹਾ ਗਾ ਅਕਾਲ ਪੁਰਖ ਵਾਹਿਗੁਰੂ ਦੇ ਨਾਂ ਤੇ ਨਾਲ ਕੀ ਕਿਹਾ, ਚੰਗਾ ਫਿਰ ਮੈਂ ਆਪਣੇ ਬਾਪੂ ਨੂੰ ਪੁੱਛ ਲਾਂ ਤੇ ਆਪਣੀ ਮਾਂ ਨੂੰ ਵੀ ਪੁੱਛ ਲਾਂ। ਆਪਣੇ ਬਾਪੂ ਨੂੰ ਵੀ ਪੁੱਛਿਆ, ਮਾਂ ਨੂੰ ਵੀ ਪੁੱਛਿਆ। ਮਾਤਾ ਲੱਖੋ, ਪਿਓ ਭਾਈ ਵਦਰਾ। ਤੇ ਪੁੱਛ ਕੇ ਕੀ ਕਹਿੰਦਾ, ਵੀ ਮਾਤਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਤੁਸੀਂ ਰਬਾਬ ਵਜਾਇਓ ਤੇ ਅਸੀਂ ਗਾਇਆ ਕਰਾਂਗੇ। ਆਪਾਂ ਰੱਬ ਦੀ ਇਬਾਦਤ ਕਰਨੀ ਆ, ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਉਸ ਟਾਈਮ ਤੇ ਦੁਨਿਆਵੀ ਮਤ ਦੇ ਅਨੁਸਾਰ ਮਾਤਾ ਕਹਿੰਦੀ ਹੈ, ਨਾਲੇ ਬਾਪੂ ਕਹਿੰਦੇ ਨੇ, ਪੁੱਤਰ ਵੇਖ ਲਾ ਤੇ ਸਾਨੂੰ ਲੱਗਦਾ ਵੀ ਤੁਹਾਡਾ ਸਾਥ ਬਹੁਤਾ ਲੰਬਾ ਟਾਈਮ ਨਹੀਂ ਨਿਭਣਾ। ਮਰਦਾਨਾ ਜੀ ਕਹਿੰਦੇ ਕਿਉਂ? ਅਸੀਂ ਤਾਂ ਮਿੱਤਰ ਇੱਕ ਦੂਜੇ ਦੇ। ਮੇਰਾ ਗੁਰੂ ਨਾਨਕ ਸਾਹਿਬ ਬਹੁਤ ਪਿਆਰਾ ਮਿੱਤਰ ਆ। ਆਪਸ ਵਿੱਚ ਗੁਰੂ ਨਾਨਕ ਸਾਹਿਬ ਦਾ ਤੇ ਭਾਈ ਮਰਦਾਨਾ ਜੀ ਦਾ 10-12 ਸਾਲਾਂ ਦਾ ਫਰਕ ਆ ਉਮਰ 'ਚ, ਪਰ ਮਿੱਤਰਤਾ ਪੈ ਗਈ, ਮਨ ਮਿਲ ਗਿਆ ਨਾ। ਤੇ ਅਸਲ ਦੇ ਵਿੱਚ ਮਨ ਮਿਲਿਆਂ ਦੇ ਮੇਲੇ ਆ, ਸਰੀਰ ਨਹੀਂ। ਜਿੱਥੇ ਵਿਚਾਰ ਮਿਲ ਜਾਣ, ਜੇ ਵਿਚਾਰ ਨਹੀਂ ਮਿਲਦੇ ਤਾਂ ਪਤੀ ਪਤਨੀ ਦਾ ਵੀ ਤਲਾਕ ਹੋ ਜਾਂਦਾ, ਪਰ ਜੇ ਵਿਚਾਰ ਮਿਲ ਗਏ ਤਾਂ ਇੱਥੇ ਆਪਾਂ ਨੂੰ ਪਤਾ, ਇੱਕ ਬੰਨੇ ਭਾਵੇਂ ਬਜ਼ੁਰਗ ਹੋਵੇ ਤੇ ਇੱਕ ਬੰਨੇ ਭਾਵੇਂ ਨਿਆਣਾ ਹੋਵੇ, ਤੇ ਜੇ ਵਿਚਾਰ ਮਿਲ ਜਾਣ ਨਾ, ਮਿੱਤਰਤਾ ਉਹਨਾਂ ਦੀ ਬਹੁਤ ਵਧੀਆ ਨਿਭ ਜਾਂਦੀ ਆ, ਜੇ ਵਿਚਾਰ ਮਿਲ ਗਏ। ਹੁਣ ਵਿਚਾਰ ਮਿਲ ਗਏ। ਭਾਈ ਮਰਦਾਨਾ ਜੀ ਕਹਿੰਦੇ ਵੀ ਨਹੀਂ, ਮੈਂ ਗੁਰੂ ਨਾਨਕ ਸਾਹਿਬ ਨਾਲ ਰਾਏ ਕੀਤੀ ਆ, ਅਸੀਂ ਵਿਚਾਰ ਕੀਤੇ ਨੇ। ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਰੱਬ ਦੇ ਨਾਂ ਤੇ ਗੀਤ ਗਾਵਾਂਗੇ ਤੇ ਤੁਸੀਂ ਰਬਾਬ ਵਜਾਇਓ। ਮਾਤਾ ਕਹਿੰਦੀ ਚੰਗਾ ਫਿਰ ਪੁੱਤ ਵੇਖ ਲਾ, ਕਿਤੇ ਕੱਲ ਨੂੰ ਨਾ ਤੇਰੀ ਉਹ ਦੋਸਤੀ ਛੱਡ ਨਾ ਜਾਵੇ। ਪੁੱਛ ਲਾ ਉਹਨੂੰ, ਉਹ ਪਟਵਾਰੀਆਂ ਦਾ ਪੁੱਤ ਆ ਤੇ ਤੂੰ ਮਰਾਸੀਆਂ ਦਾ ਪੁੱਤ ਆ। ਗੱਲ ਨਹੀਂ ਬਣਨੀ ਸਾਨੂੰ ਜਿੱਥੋਂ ਤੱਕ ਲੱਗਦਾ, ਕਿਉਂਕਿ ਸਮਾਜ ਦੇ ਵਿੱਚ ਇਸ ਚੀਜ਼ ਦਾ ਗੰਧਲਾਪਣ ਬਹੁਤ ਜ਼ਿਆਦਾ। ਲੋਕ ਜਾਤ ਪਾਤ ਦੇ ਨਾਮ ਤੇ ਨਾ ਵਿਤਕਰਾ ਕਰਦੇ ਨੇ। ਹੈ ਵੀ ਉਹਨਾਂ ਟਾਈਮਾਂ 'ਚ ਤਾਂ ਬਹੁਤ ਜ਼ਿਆਦਾ ਸੀ, ਅੱਜ ਵੀ ਹੈਗਾ। ਇੱਕ ਗੱਲ ਇੱਥੇ ਹੋਰ ਨੋਟ ਕਰਿਓ, ਜਿੰਨੇ ਵੀ ਆਪਣੀ ਇੰਡੀਆ ਦੇ ਰਾਜ ਨੇ, ਸੂਬੇ ਨੇ, ਸਾਰਿਆਂ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਬਹੁਤ ਵੱਡੀ ਇੱਕ ਸੰਰਚਨਾ ਕੰਧ ਬਣੀ ਹੋਈ ਆ। ਪਰ ਗੁਰੂ ਨਾਨਕ ਸਾਹਿਬ ਦੀ ਐਸੀ ਬਖਸ਼ਿਸ਼ ਆ, ਪੰਜਾਬ ਦੇ ਵਿੱਚ ਵੀ ਜਾਤ ਪਾਤ ਦਾ ਕੋਹੜ ਤਾਂ ਹੈਗਾ, ਪਰ ਚੇਤਾ ਰੱਖਿਓ ਪੂਰੇ ਇੰਡੀਆ ਦੇ ਵਿੱਚੋਂ ਜਾਤ ਪਾਤ ਦਾ ਵਿਤਕਰਾ ਸਮਾਜ ਦੇ ਵਿੱਚ ਪੰਜਾਬ ਦੀ ਧਰਤੀ ਤੇ ਘੱਟ ਆ। ਇੱਥੇ ਇੱਕ ਦੂਜੇ ਨਾਲ ਪਿਆਰ ਹੈਗਾ, ਜੋ ਅੰਕੜੇ ਨੇ। ਦੇਖੋ ਇਹ ਗੱਲ ਨਹੀਂ ਵੀ ਬਿਮਾਰੀ ਹੈ ਹੀ ਨਹੀਂ, ਹੈਗੀ ਆ, ਪਰ ਉਨੀ ਨਹੀਂ ਜਿੰਨੀ ਬਾਹਰਲੇ ਸੂਬਿਆਂ 'ਚ ਆ। ਪੰਜਾਬ ਨੂੰ ਛੱਡ ਕੇ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਆ ਵੀ ਇੱਥੇ ਜਾਤ ਪਾਤ ਦੇ ਨਾਮ ਤੇ ਨਾ ਜਿਨ੍ਹਾਂ ਨੂੰ ਗਿਆਨ ਆ ਉਹ ਵਿਤਕਰਾ ਨਹੀਂ ਕਰਦੇ। ਉਹ ਕਹਿੰਦੇ ਨੇ ਸਭ ਦਾ ਖੂਨ ਵੀ ਇੱਕ ਆ, ਇੱਕ ਰੰਗ ਦਾ ਨਾ, ਸਭ ਦੀ ਸਵਾਸ ਲੈਣ ਵਾਲੀ ਕਿਰਿਆ ਹਵਾ ਵੀ ਇੱਕ ਆ,
ਸਾਡਾ ਗੁਰੂ ਵੀ ਇੱਕ ਆ, ਸਾਡਾ ਰੱਬ ਵੀ ਇੱਕ ਆ, ਫਿਰ ਦੋ ਦਾ ਮਤਭੇਦ ਸਾਡਾ ਕਿਉਂ ਬਣੇ ਭਾਈ? ਨਹੀਂ, ਅਸੀਂ ਨਹੀਂ ਬਣਾਉਣਾ ਚਾਹੁੰਦੇਗੇ। ਇੱਥੇ ਮਤਲਬ ਪਿਆਰ ਕਿਤੇ ਨਾ ਕਿਤੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ ਨਜ਼ਰ ਆਉਂਦਾ ਗਾ। ਹੁਣ ਮਾਤਾ ਕਹਿੰਦੀ ਹੈ, ਕਹਿੰਦੀ ਪੁੱਤ ਵੇਖ ਲਾ ਤੇ ਕੱਲ ਨੂੰ ਕਿਤੇ ਨਾਨਕ ਤੇਰਾ ਸਾਥ ਨਾ ਛੱਡ ਜੇ। ਨਾਨਕ ਕੋਲ ਹੀ ਆ ਨਾ। ਨਾਨਕ ਨੂੰ ਮਰਦਾਨਾ ਜੀ ਪੁੱਛਦੇ ਨੇ, ਮਾਤਾ ਤੇ ਬਾਪੂ ਜੀ ਇਹ ਗੱਲ ਕਹਿੰਦੇ ਨੇ, ਦੇਖ ਲਾ ਤੂੰ ਭਾਵੇਂ ਮੰਨ ਇਸ ਗੱਲ ਨੂੰ, ਭਾਵੇਂ ਨਾ ਮੰਨ ਵੀ ਮੈਂ ਸਾਥ ਨਹੀਂ ਛੱਡਦਾ, ਪਰ ਆਉਣ ਵਾਲਾ ਕੱਲ ਕਿਤੇ ਤੈਨੂੰ ਨਾ ਮੇਰੇ ਨਾਲੋਂ ਤੋੜ ਨਾ ਦੇਵੇ, ਆਪਣਾ ਵਿਛੋੜਾ ਨਾ ਪੈ ਜੇ। ਅੱਜ ਮੇਰੀ ਤੂੰ ਉਂਗਲ ਫੜ ਲਈ ਨਾ, ਕੱਲ ਨੂੰ ਕਿਤੇ ਛੱਡ ਨਾ ਦੇਈ। ਤੇ ਅਗਲੀ ਗੱਲ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਦੀ ਸੁਣੋ ਆਪਾਂ। ਗੁਰੂ ਨਾਨਕ ਸਾਹਿਬ ਨੇ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ। ਪਾਤਸ਼ਾਹ ਜੀ ਕਹਿੰਦੇ ਨਾ, ਮਰਦਾਨਿਆ ਤੇਰੀ ਨਾਨਕ ਨੇ ਉਂਗਲ ਜਦ ਫੜ ਲਈ ਨਾ, ਨਾਨਕ ਤੇਰੀ ਉਂਗਲ ਕਦੇ ਵੀ ਨਹੀਂ ਛੱਡਦਾ। ਹੁਣ ਗੱਲ ਲੰਮੀ ਹੇਕ ਲਾ ਕੇ ਕਹੀ ਹੈ ਨਾ, ਵੀ ਕਦੇ ਵੀ ਨਹੀਂ ਛੱਡਦਾ। ਤੇ ਸੱਚ ਜਾਣਿਓ, ਅੱਜ ਗੁਰੂ ਨਾਨਕ ਸਾਹਿਬ ਜੀ ਨੂੰ ਸਰੀਰਕ ਤਲ ਤੇ ਸਰੀਰ ਛੱਡਿਆ, ਜੋਤ ਹੈਗੀ ਆ ਪਰ ਸਰੀਰ ਛੱਡਿਆ ਤਕਰੀਬਨ 550 ਸਾਲ ਹੋ ਚੁੱਕਿਆ ਗਾ। ਪਰ ਅੱਜ ਤੱਕ ਵੀ ਬਾਬੇ ਨਾਨਕ ਦੀ ਉਂਗਲ, ਮਰਦਾਨਾ ਜੀ ਦੀ ਉਂਗਲ ਬਾਬੇ ਨਾਨਕ ਨੇ ਨਾ ਛੱਡੀ ਨਹੀਂ ਹੈ। ਤੇ ਹੁਣ ਇੱਥੋਂ ਸਿੱਧ ਕੀ ਹੁੰਦਾਗਾ, ਜੇ ਮਰਦਾਨੇ ਨੇ ਜ਼ਿੰਮੇਵਾਰੀ ਲੈਤੀ ਆ ਨਾ, ਵਾਹਿਗੁਰੂ ਬਾਬੇ ਨਾਨਕ ਨੇ ਜ਼ਿੰਮੇਵਾਰੀ ਲੈਤੀ ਆ ਨਾ ਮਰਦਾਨਾ ਜੀ ਦੀ, ਵੀ ਤੇਰੀ ਉਂਗਲ ਮੈਂ ਛੱਡਾਂਗਾ ਨਹੀਂ, ਤੇ ਬਸ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਵੀ ਆਪੋ ਆਪਣੀ ਉਂਗਲ ਬਾਬੇ ਨਾਨਕ ਨੂੰ ਫੜਾ ਦਿਓ। ਬਸ ਇਉਂ ਕਹਿ ਸਕਦੇ ਆ, ਜੇ ਸਮਾਜ ਦੀਆਂ ਬੁਰਾਈਆਂ ਤੋਂ ਬਚਣਾ, ਜੇ ਕੰਡਿਆਂ ਤੋਂ ਬਚਣਾ, ਜੇ ਵਿਸ਼ੇ ਵਿਕਾਰਾਂ ਤੋਂ ਬਚਣਾ, ਜੇ ਔਗਣਾ ਤੋਂ ਬਚਣਾ, ਤਾਂ ਆਪਣੀ ਉਂਗਲ ਗੁਰੂ ਨਾਨਕ ਸਾਹਿਬ ਨੂੰ ਆਪਾਂ ਵੀ ਅੱਜ ਹੀ ਫੜਾ ਦਈਏ। ਤੇ ਤਾਂ ਸਾਡਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਸਫਲ ਆ। ਤੇ ਜੇ ਹੁਣ ਆਏ, ਵਧੀਆ ਸਬਜ਼ੀ ਬਣੀ ਆ, ਚਾਹ ਪਾਣੀ ਬਣਿਆ, ਛਕ ਕੇ ਮੁੜ ਗਏ, ਤਾਂ ਚੇਤਾ ਰੱਖਿਓ ਉਹਦਾ ਕੋਈ ਫਾਇਦਾ ਨਹੀਂ, ਉਹਦਾ ਕੋਈ ਮਤਲਬ ਨਹੀਂ ਹੈ। ਪਰ ਜੇ ਆਪਾਂ ਆਏ ਆ ਨਾ, ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਦਾਸ ਜ਼ਰੂਰ ਕਰੀਏ, ਪਾਤਸ਼ਾਹ ਜੇ ਤੂੰ ਮਰਦਾਨੇ ਨਾਲ ਬਚਨ ਕੀਤਾ ਨਾ ਵੀ ਅੱਜ ਉਂਗਲ ਫੜ ਲਈ, ਤੇਰੀ ਲੋਕ ਤੇ ਪਰਲੋਕ ਵਿੱਚ ਮੈਂ ਉਂਗਲ ਨਹੀਂ ਛੱਡਾਂਗਾ, ਤਾਂ ਕਿਰਪਾ ਕਰਕੇ ਸਾਡੀ ਉਂਗਲ ਵੀ ਤੁਸੀਂ ਫੜ ਲਓ। ਆਪਾਂ ਨਾ ਆਪਣੀ ਉਂਗਲ ਕਿਸੇ ਡੇਰੇਦਾਰਾਂ ਨੂੰ ਨਹੀਂ ਫੜਾਉਣੀਗੀ, ਇਹਨਾਂ ਨੂੰ ਫੜਾਵਾਂਗੇ ਲੁੱਟ ਕੇ ਖਾ ਜਾਣਗੇ, ਸਾਡੀ ਕਮਾਈ ਦਾ ਸ਼ੋਸ਼ਣ ਵੀ ਕਰਦੇ ਆ, ਸਾਡੀ ਸਰੀਰਕ ਤਲ ਤੇ ਸਰੀਰ ਦਾ ਸ਼ੋਸ਼ਣ ਵੀ ਕਰਦੇ ਆ, ਤੇ ਸਾਨੂੰ ਜਿੱਥੇ ਲੋਟ ਲੱਗਦਾ ਉਹਨਾਂ ਨੂੰ ਉਹ ਵਰਤਦੇ ਨੇ, ਨੋਟਾਂ ਦੇ ਰੂਪ 'ਚ ਤੇ ਵੋਟਾਂ ਦੇ ਰੂਪ 'ਚ। ਇੱਕ ਬਾਬਾ ਨਾਨਕ ਆ ਜਿਹੜਾ ਕਿਸੇ ਨੂੰ ਵਰਤਦਾ ਨਹੀਂ ਹੈ, ਬਸ ਸਿਰਫ ਤੇ ਸਿਰਫ ਜੇ ਕਹਿੰਦਾ ਨਾ ਇੱਕੋ ਹੀ ਗੱਲ ਕਹਿੰਦਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਰੱਖ, ਯਾਦ ਕਰ, ਸਿਮਰਨ ਕਰ, ਬੰਦਗੀ ਕਰ। ਬਾਬਾ ਨਾਨਕ ਤਾਂ ਹੀ ਕੰਮ ਕਹਿੰਦਾ। ਇਹ ਕੰਮ ਬਾਬੇ ਨਾਨਕ ਨੇ ਇੰਨੇ ਸੋਹਣੇ ਤਰੀਕੇ ਨਾਲ ਸਾਨੂੰ ਦਿੱਤਾਗਾ ਵੀ ਅਸੀਂ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚੱਲਤ ਹਰੇ ਹਰ ਗਾਈਐ। ਇਹਦਾ ਮਤਲਬ ਕੀ ਬਣ ਗਿਆ? ਉੱਠਦੇ ਆ ਬਹਿੰਦੇ ਆ, ਕੰਮ ਵੀ ਕਰੀ ਚੱਲ, ਹਾਥ ਪਾਉ ਸਭ ਕਾਮ ਚੀਤ ਨਰੰਜਨ, ਨਾਲ ਕੰਮ ਵੀ ਕਰੀ ਚੱਲ ਤੇ ਪ੍ਰਮਾਤਮਾ ਨੂੰ ਚੇਤੇ ਵੀ ਰੱਖ। ਉਦਾਹਰਣ ਵਜੋਂ ਆਪਾਂ ਸਾਰੀ ਸਿੱਖ ਲਈਏ, ਇੱਥੋਂ ਮਾੜੀ ਜਿਹੀ ਸਿੱਖਿਆ ਲੈ ਲਈਏ ਵੀ ਮੰਨ ਲਓ ਵੀ ਕੋਈ ਬੰਦਾ ਰਸਤੇ 'ਚ ਜਾ ਰਿਹਾ ਗਾ, ਹੁਣ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵੱਲ ਆ ਰਹੇ ਨਾ, ਕਦਮ ਦਰ ਕਦਮ ਜਦੋਂ ਤੁਰਦੇ ਆ, ਵਾਹਿਗੁਰੂ ਵਾਹਿਗੁਰੂ ਰਾਮ ਰਾਮ, ਕੋਈ ਵੀ ਆਪਾਂ ਨਾਮ ਉਚਾਰਨ ਕਰ ਸਕਦੇ ਆ, ਪ੍ਰਮਾਤਮਾ ਦੀ ਉਪਾਸਨਾ। ਕੰਮ ਕਰਦੇ ਆ ਤਾਂ ਵੀ ਆਪਾਂ ਇਹ ਕੰਮ ਕਰ ਸਕਦੇ ਆ। ਮਾਂ ਭੈਣ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਆ ਤਾਂ ਉਦੋਂ ਵੀ ਪ੍ਰਮਾਤਮਾ ਨੂੰ ਚੇਤੇ ਕਰ ਸਕਦੀ ਆ। ਰਸਤੇ ਦੇ ਵਿੱਚ ਦੂਰ ਦੀ ਵਾਟ ਆ ਨਾ, ਜਾਣੇ ਆ ਤਾਂ ਗੰਦੇ ਮੰਦੇ ਗਾਣੇ ਸੁਣਨ ਦੀ ਬਜਾਏ ਸੁਖਮਨੀ ਸਾਹਿਬ ਦਾ ਪਾਠ ਗੱਡੀ ਚੱਲ ਸਕਦਾ।
ऐसी गल नहीं भी नहीं चलू। शब्द कीर्तन ਚੱਲੇਗਾ, ਸਿੱਧਾ ਲਾਈਵ ਹਰਮੰਦਰ ਸਾਹਿਬ ਤੋਂ ਚੱਲੇਗਾ, ਸੁਣ ਸਕਦੇ ਆ, ਨਾਲ ਨਾਲ ਬੋਲ ਵੀ ਸਕਦੇ ਆ। ਸਾਨੂੰ ਬਾਬੇ ਨਾਨਕ ਨੇ ਆਹ ਕਿਰਿਆ ਦਿੱਤੀ ਆ, ਉੱਠਦੇ ਆ ਬਹਿੰਦੇ ਆ। ਸੋ ਮਾਲਕ ਭਲੀ ਕਰੇ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵਰਤਦਾ ਨਹੀਂ ਹੈ। ਤੇ ਮਰਦਾਨਾ ਜੀ ਨੂੰ ਕੀ ਕਿਹਾ ਵੀ ਤੇਰੀ ਅੱਜ ਉਂਗਲ ਫੜ ਲਈ ਨਾ, ਕਦੇ ਛੱਡਾਂਗਾ ਨਹੀਂ, ਕਦੇ ਵੀ ਨਹੀਂ ਛੱਡਾਂਗਾ। ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਇੱਥੇ ਬਹੁਤ ਵੱਡੇ ਮਿੱਤਰ ਬਣ ਗਏ। ਸਾਡੀ ਜ਼ਿੰਦਗੀ 'ਚ ਨਾ ਸਾਨੂੰ ਕੁਝ ਰਿਸ਼ਤੇਦਾਰੀਆਂ ਮਿਲਦੀਆਂ ਨੇ। ਕੁਝ ਰਿਸ਼ਤੇਦਾਰੀਆਂ ਪਰਮਾਤਮਾ ਬਣਾਉਂਦਾ ਤੇ ਕੁਝ ਬੰਦਾ ਬਣਾਉਂਦਾ। ਜਿਵੇਂ ਕਿ ਮਾਂ ਪੁੱਤ ਦੀ ਜਾਂ ਮਾਂ ਧੀ ਦੀ ਜਿਹੜੀ ਰਿਸ਼ਤੇਦਾਰੀ ਆ ਨਾ, ਇਹ ਅਸੀਂ ਆਪ ਨਹੀਂ ਬਣਾਈ, ਇਹ ਪ੍ਰਮਾਤਮਾ ਨੇ ਬਣਾਈ ਆ। ਚਾਹੇ ਉਹ ਪਸ਼ੂਆਂ 'ਚ ਆ, ਚਾਹੇ ਪੰਛੀਆਂ 'ਚ ਆ, ਚਾਹੇ ਮਨੁੱਖਾ ਸਰੀਰ ਦੇ ਨਾਲ ਸੰਬੰਧਿਤ ਆ। ਹੁਣ ਕਦੇ ਵੀ ਨਹੀਂ ਆਪਾਂ ਕਹਿ ਸਕਦੇ ਵੀ ਮੇਰੀ ਮਾਂ ਮੇਰੀ ਚੁਆਇਸ ਦੀ ਹੋਣੀ ਚਾਹੀਦੀ ਹੈ। ਜੇ ਮੇਰੀ ਮਾਂ ਮੇਰੀ ਚੁਆਇਸ ਦੀ ਨਹੀਂ ਹੈ ਤਾਂ ਆਪਾਂ ਘਰੋਂ ਥੋੜੀ ਕੱਢ ਦਾਂਗੇ। ਜਾਨੀ ਕਿ ਮਾਂ ਪੁੱਤ ਦਾ, ਬੱਚੇ ਬੱਚੀਆਂ ਦਾ ਰਿਸ਼ਤਾ ਇਹ ਪ੍ਰਮਾਤਮਾ ਬਣਾ ਕੇ ਤੋਰ। ਦੋ ਸਕੇ ਭੈਣ ਭਰਾਵਾਂ ਦਾ, ਚਾਹੇ ਭਰਾ ਨੇ ਚਾਹੇ ਭੈਣਾਂ ਨੇ, ਜਾਨੀ ਕਿ ਇੱਕ ਕੁੱਖੋਂ ਜਨਮੇ ਹੋਏ ਬੱਚਿਆਂ ਦਾ ਜਿਹੜਾ ਨਾਤਾ ਗਾ, ਰਿਸ਼ਤਾ ਗਾ, ਉਹ ਰੱਬ ਜੋੜ ਕੇ ਤੋਰਦਾ। ਇੱਕ ਤਾਈਓ ਆਪਾਂ ਕੋਈ ਲੜ ਪਏ ਨਾ, ਕਦੇ ਕੋਈ ਭਰਾ ਲੜ ਪੈਣ, ਭੈਣਾਂ ਲੜ ਪੈਣ, ਤੇ ਸੰਨ ਦੇ ਵਿੱਚ ਸਿਆਣਾ ਬੰਦਾ ਕੀ ਕਹਿੰਦਾ, ਨਾ ਲੜੋ ਏ। ਕਿਉਂ? ਇੱਕ ਮਾਂ ਦੇ ਜਾਏ ਹੋ, ਕਿਉਂ ਲੜਦੇ ਹੋ? ਦੁਬਾਰਾ ਨਹੀਂ ਇਕੱਠੇ ਹੋਣਾ ਤੁਸੀਂ। ਗੱਲ ਵੀ ਸੱਚੀ ਆ। ਇੱਕ ਮਾਂ ਦੇ ਜਾਏ ਅੱਜ ਲੜੀ ਜਾਂਦੇ ਨੇ, ਪਰ ਇਹ ਦੁਬਾਰੇ ਰਿਸ਼ਤੇਦਾਰੀ ਨਹੀਂ ਬਣਨੀ ਗੀ। ਇਹ ਰਿਸ਼ਤੇਦਾਰੀ ਅਸੀਂ ਥੋੜੀ ਬਣਾ ਲਾਂਗੇ। ਇਹ ਤਾਂ ਪ੍ਰਮਾਤਮਾ ਨੇ ਰਿਸ਼ਤੇਦਾਰੀ ਭੈਣ ਭਰਾਵਾਂ ਦੀ ਨਾ ਬਣਾ ਕੇ ਤੋਰੀ ਆ। ਨੰਬਰ 2, ਕੁਝ ਰਿਸ਼ਤੇਦਾਰੀਆਂ ਉਹ ਨੇ ਜਿਹੜੀਆਂ ਬੰਦਾ ਬਣਾਉਂਦਾ, ਕੁਝ ਰਿਸ਼ਤੇਦਾਰੀਆਂ ਉਹ ਨੇ ਜਿਹੜੀਆਂ ਬੰਦਾ ਬਣਾ ਲੈਂਦਾ। ਦੋਸਤ ਮਿੱਤਰਾਂ ਦੀ ਚੋਣ ਕਰਨੀ ਵੀ ਮੈਂ ਕਿਹੋ ਜਿਹਾ ਦੋਸਤ ਬਣਾਉਣਾ ਆਪਦਾ, ਮੈਂ ਕਿਹੋ ਜਿਹਾ ਆਪਣਾ ਰਿਸ਼ਤੇਦਾਰ ਅਪਣਾਉਣਾ। ਇਹ ਮਤਲਬ ਰਿਸ਼ਤੇਦਾਰੀਆਂ ਬੰਦੇ ਦੇ ਹੱਥ 'ਚ ਨੇ। ਪਰ ਇੱਕ ਰਿਸ਼ਤੇਦਾਰੀ ਤੀਜੀ ਆ ਜਿਹੜੀ ਉਹ ਇੱਕ ਖਾਸ ਕਿਸਮ ਦੀ ਰਿਸ਼ਤੇਦਾਰੀ ਆ। ਉਹ ਹੈਗੀ ਆ ਗੁਰੂ ਤੇ ਚੇਲੇ ਦੀ ਰਿਸ਼ਤੇਦਾਰੀ, ਗੁਰੂ ਤੇ ਸਿੱਖ ਦੀ ਰਿਸ਼ਤੇਦਾਰੀ। ਜਿਹੜੀ ਗੁਰੂ ਤੇ ਸਿੱਖ ਦੀ ਰਿਸ਼ਤੇਦਾਰੀ ਆ ਨਾ, ਇਹ ਵਿਸ਼ਵਾਸ ਦੇ ਆਧਾਰ ਤੇ ਬਣਦੀ ਆ। ਜੇ ਵਿਸ਼ਵਾਸ ਨਾ ਹੋਵੇ ਫਿਰ ਨਹੀਂ ਰਿਸ਼ਤੇਦਾਰੀ ਬਣਦੀ। ਇਹ ਮੰਨ ਲਓ ਕਿੰਨੇ ਉਸਤਾਦ ਕੁਆਲਿਟੀ ਵਾਲਾ ਹੋਵੇ ਤੇ ਆਪਣੇ ਸ਼ਾਗਿਰਦ ਨੂੰ, ਆਪਣੇ ਚੇਲੇ ਨੂੰ ਕਵੇ ਵੀ ਤੂੰ ਮੈਨੂੰ ਆਪਣਾ ਗੁਰੂ ਮੰਨ, ਮੈਂ ਤੈਨੂੰ ਇੰਨੇ ਰੁਪਈਏ ਦੇ ਦੂੰਗਾ, ਨੋਟਾਂ ਦੇ ਵੋਟਾਂ ਦੇ ਆਧਾਰ ਤੇ ਗੱਲ ਹੋਵੇ, ਪਰ ਚੇਤਾ ਰੱਖਿਓ ਨਹੀਂ ਬਣ ਸਕਦਾ। ਜੇ ਬਣਨਗੇ ਨਾ ਤਾਂ ਉੱਥੇ ਵਿਸ਼ਵਾਸ ਦੇ ਆਧਾਰ ਤੇ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਨ੍ਹਾਂ ਦੇ ਮਨ 'ਚ ਵਿਸ਼ਵਾਸ ਆਪਣੇ ਗੁਰੂ ਦੇ ਪ੍ਰਥਾਏ ਬਣ ਜਾਂਦਾ। ਹੁਣ ਸਾਨੂੰ ਸਾਡੇ ਗੁਰੂ ਨਾਲ ਜਦੋਂ ਰਿਸ਼ਤੇਦਾਰੀ ਬਣਾਉਣੀ ਪੈਂਦੀ ਹੈ ਨਾ, ਤੇ ਸਭ ਤੋਂ ਪਹਿਲੀ ਗੱਲ ਵਿਸ਼ਵਾਸ ਦੀ ਆ। ਵਿਸ਼ਵਾਸ ਹੋਣਾ ਜ਼ਰੂਰੀ ਆ। ਤੁਹਾਨੂੰ ਵਿਸ਼ਵਾਸ ਹੈ ਨਾ ਗੁਰੂ ਤੇ, ਤਾਈਓ ਤੁਸੀਂ ਰੋਜ਼ ਆਉਂਦੇ ਹੋ। ਨਹੀਂ ਕਿਹਦਾ ਚਿੱਤ ਮੰਨਦਾ ਇਸ ਵੇਲੇ ਉੱਠਣ ਨੂੰ, ਹਨਾ? ਵਿਸ਼ਵਾਸ ਆ ਸਾਨੂੰ ਸਾਡੇ ਗੁਰੂ ਤੇ, ਛੇਵੇਂ ਪਾਤਸ਼ਾਹ ਤੇ, ਧੰਨ ਗੁਰੂ ਗ੍ਰੰਥ ਸਾਹਿਬ ਤੇ। ਪਾਤਸ਼ਾਹ ਸਾਡੀ ਤੇਰੇ ਨਾਲ ਨਿਭ ਜਾਵੇ, ਤੇਰੇ ਨਾਲ ਸਾਡੀ ਦੋਸਤੀ ਮਿੱਤਰਤਾ, ਚੇਲੇ ਸਿੱਖ ਵਾਲੀ, ਵਾਹਿਗੁਰੂ ਗੁਰੂ ਵਾਲੀ ਜਿਹੜੀ ਪਰਿਭਾਸ਼ਾ ਨਾ ਰਿਸ਼ਤੇਦਾਰੀ ਆ, ਉਹ ਬਣ ਜਾਵੇ। ਸੋ ਇੱਥੇ ਕਹਿਣ ਤੋਂ ਭਾਵ ਇਹ ਰਿਸ਼ਤੇਦਾਰੀਆਂ ਨੇ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਰਿਸ਼ਤੇਦਾਰੀ ਆਪਣੀ ਬਾਬਾ ਮਰਦਾਨਾ ਜੀ ਦੇ ਨਾਲ ਬਣਾ ਲਈ। ਜਿਹੜੀ ਮਰਦਾਨਾ ਜੀ ਦੇ ਨਾਲ ਰਿਸ਼ਤੇਦਾਰੀ ਬਣੀ ਆ, ਇਹ ਇੱਕ ਭਰਾ ਦੀ ਰਿਸ਼ਤੇਦਾਰੀ ਆ। ਬੇਸ਼ੱਕ ਆਪਾਂ ਚੇਲੇ ਤੇ ਗੁਰੂ ਦੇ ਰੂਪ 'ਚ ਵੇਖ ਸਕਦੇ ਆ, ਸਿੱਖ ਤੇ ਗੁਰੂ ਦੇ ਰੂਪ 'ਚ ਵੇਖ ਸਕਦੇ ਆ, ਪਰ ਬਾਬੇ ਨਾਨਕ ਨੂੰ ਮਰਦਾਨੇ ਨੇ ਭਰਾ ਕਿਹਾ ਤੇ ਮਰਦਾਨੇ ਨੇ ਬਾਬੇ ਨਾਨਕ ਨੂੰ, ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ। ਚਲੋ ਕਹਿਣ ਤੋਂ ਭਾਵ ਮਰਦਾਨਾ ਜੀ ਅੱਜ ਸਹਿਮਤ ਹੋ ਗਏ ਵੀ ਹਾਂ ਮੈਂ ਤੇਰੇ ਨਾਲ ਰਬਾਬ ਵਜਾਇਆ ਕਰੂੰਗਾ,
ਤੇ ਫਿਰ ਉੱਥੇ ਰਬਾਬ ਦੀ ਜਿਹੜੀ ਸ਼ੁਰੂਆਤ ਆ, ਸ਼ਬਦ ਕੀਰਤਨ ਦੀ ਕਹਿ ਲੋ ਸ਼ੁਰੂਆਤ ਆ, ਅੱਜ ਰੱਬ ਦੀ ਉਪਾਸ਼ਨਾ ਦੀ ਸ਼ੁਰੂਆਤ, ਅੱਜ ਰੱਬ ਦੀ ਬੰਦਗੀ ਦੀ ਗੱਲ, ਸੱਚ ਦਾ ਪ੍ਰਚਾਰ ਕਰਨ ਦੀ ਗੱਲ ਦੋ ਜਣਿਆਂ ਨੇ ਦ੍ਰਿੜ ਕਰ ਲਈ, ਪੱਕੀ ਕਰ ਲਈ। ਤੇ ਇੱਕ ਗੱਲ ਇੱਥੇ ਮੈਂ ਹੋਰ ਕਦੇ ਸੋਚਦਾ ਹੁੰਨਾ, ਤਲਵੰਡੀ ਦੀ ਧਰਤੀ ਤੇ ਅੱਜ ਕਿੱਡਾ ਭਾਗਾਂ ਵਾਲਾ ਦਿਨ ਆ, ਸੁਭਾਗਾ ਦੇ ਨਾਂ ਦੋ ਬੱਚਿਆਂ ਨੇ ਸੱਚ ਦਾ ਹੋਕਾ ਮਾਰਨ ਦੇ ਲਈ, ਜਾਣੀ ਕਿ ਸੱਚ ਦਾ ਪ੍ਰਚਾਰ ਕਰਨ ਦੇ ਲਈ ਦੋ ਬੱਚਿਆਂ ਨੇ ਫੈਸਲਾ ਕਰ ਲਿਆ। ਇੱਕ ਤਾਂ ਰਾਏ ਹੁੰਦੀ ਹੈ ਨਾ, ਇੱਕ ਫੈਸਲਾ ਹੁੰਦਾ ਵੀ ਆਹ ਕੰਮ ਕਰਨਾ ਹੀ ਕਰਨਾ, ਹੋਊਗਾ ਹੀ ਹੋਊਗਾ ਪੱਕਾ, 100% ਯਕੀਨ। ਤੇ ਚੇਤਾ ਰੱਖਿਓ, ਦੋ ਬੱਚਿਆਂ ਨੇ ਸੱਚ ਦਾ ਪ੍ਰਚਾਰ ਕਰਨ ਦਾ, ਪਰਮਾਤਮਾ ਦੀ ਬੰਦਗੀ ਕਰਨ ਦਾ ਫੈਸਲਾ ਕਰ ਲਿਆ, ਦੋ ਜਣਿਆਂ ਨੇ, ਦੋ ਬੱਚਿਆਂ ਨੇ। ਤੇ ਹੁਣ ਚੇਤਾ ਰੱਖਿਓ, ਕੋਈ ਧਾਰਮਿਕ ਸਮਾਗਮ ਕਰਾਉਣਾ ਹੋਵੇ ਨਾ, ਪਹਿਲਾਂ ਤਾਂ ਰਾਏ ਕਰਨੀ ਪੈਂਦੀ ਆ। ਜੇ ਰਾਏ ਹੋ ਵੀ ਜਾਵੇ ਫਿਰ ਫੈਸਲਾ ਨਹੀਂ ਹੁੰਦਾ ਵੀ ਕਰੀਏ ਜਾਂ ਨਾ ਕਰੀਏ। ਅੱਜ ਦਾ ਵਿਚਾਰਾ ਹੈਗਾ, ਅੱਜ ਦਾ ਸਾਡਾ ਸੁਭਾਅ ਆਗਾ, ਮਤਲਬ ਪਹਿਲਾਂ ਤਾਂ ਰਾਏ ਨਹੀਂ ਬਣਦੀ, ਜੇ ਰਾਏ ਬਣ ਵੀ ਗਈ ਨਾ ਫਿਰ ਦਿਲ ਨਹੀਂ ਪੈਂਦਾ। ਕਹਿੰਦੇ ਸਾਡਾ ਖੜਾ ਕਿਹੜਾ ਦਊਗਾ 1500 ਰੁਪਈਆ, ਕਿਹੜਾ ਦੇਊਗਾ 3000 ਰੁਪਈਆ, ਛੱਡੋ ਖੜਾ ਕਿਹੜਾ ਲਾਊਗਾ 20000 ਰੁਪਈਆ। ਮਾਫ ਕਰਨਾ, ਬਾਬੇ ਨਾਨਕ ਨੇ ਤੇ ਭਾਈ ਮਰਦਾਨੇ ਨੇ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਉਲੀਕਿਆ, ਸਾਰੀ ਉਮਰ ਦਾ ਪ੍ਰੋਗਰਾਮ ਉਲੀਕ ਲਿਆ। ਸਾਰੀ ਉਮਰ ਜਿੰਨਾ ਟਾਈਮ ਸਾਹ ਚੱਲਣਗੇ, ਆਪਾਂ ਦੋਨਾਂ ਜਣਿਆਂ ਨੇ ਨਾ ਦੁਨੀਆ ਦੇ ਵਿੱਚ ਜਾ ਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਮਾਰਨਾ, ਭਾਵੇਂ ਕੋਈ ਗਾਲਾਂ ਕੱਢੇ ਤੇ ਭਾਵੇਂ ਕੋਈ ਪਿਆਰ ਦੇਵੇ। ਤੇ ਕਦੇ ਸਾਡੀ ਭਾਵਨਾ ਆ ਬਣ ਜਾਵੇ ਤਾਂ ਮਾਫ ਕਰਨਾ, ਅੱਜ ਆਪਾਂ ਕਹਿੰਦੇ ਨਾ ਸਾਡੀ ਕੌਮ ਦੇ ਵਿੱਚ ਨਿਘਾਰ ਆ ਗਿਆ, ਇਹ ਨਿਘਾਰ ਦਿਨਾਂ 'ਚ ਹੀ ਖਤਮ ਹੋ ਸਕਦਾ ਗਾ ਜੇ ਭਾਵਨਾ ਬਣ ਜਾਵੇ। ਇਸ ਤੋਂ ਬਾਅਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਭੈਣ ਆ ਬੇਬੇ ਨਾਨਕੀ, ਵੱਡੀ ਭੈਣ ਆ ਨਾ। ਹੁਣ ਬੇਬੇ ਨਾਨਕੀ ਦਾ ਰਿਸ਼ਤਾ ਹੋਣ ਜਾ ਰਿਹਾ। ਬੇਬੇ ਨਾਨਕੀ ਦੇ ਰਿਸ਼ਤੇ ਦੇ ਸੰਨ ਵਿੱਚ ਕੌਣ ਆ, ਇਹ ਵੀ ਧਿਆਨ 'ਚ ਰੱਖਣਾ ਸਾਨੂੰ ਜ਼ਰੂਰੀ ਆ। ਉਦਾਹਰਨ ਮੰਨ ਲਓ, ਆਪਾਂ ਜਿਵੇਂ ਆਪਾਂ ਪ੍ਰਸ਼ਨ ਦੇ ਰੂਪ 'ਚ ਵੀ ਗੱਲ ਕਰ ਸਕਦੇ ਆ ਵੀ ਬੇਬੇ ਨਾਨਕੀ ਦਾ ਵਿਚੋਲਾ ਕੌਣ ਆ, ਪ੍ਰਸ਼ਨ ਹੋ ਗਿਆ ਨਾ। ਤੇ ਹੁਣ ਜਵਾਬ ਕੀ ਇਹਦਾ, ਬੇਬੇ ਨਾਨਕੀ ਦਾ ਵਿਚੋਲਾ ਭਾਈ ਜੈ ਆਪਣਾ ਰਾਏ ਬੁਲਾਰ। ਤੇ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਸਿੱਖ ਵੀ ਆ। ਇਹ ਬਾਅਦ ਦਾ ਇਤਿਹਾਸ ਆਊ, ਜਿੱਦੇ ਰਾਏ ਬੁਲਾਰ ਨਾ ਸਰੀਰ ਛੱਡਦਾ ਤੇ ਬਾਬੇ ਨਾਨਕ ਨੂੰ ਯਾਦ ਕਰਦਾ ਸੀ। ਪਹਿਲਾਂ ਕਿਹਾ ਸੀ ਜਿੱਦੇ ਮੈਂ ਸਰੀਰ ਛੱਡੂ ਨਾ ਮੇਰੇ ਕੋਲੇ ਹੋਈ ਉਹਦੇ ਤੂੰ। ਉਨਾ ਟਾਈਮ ਜਿੱਥੇ ਮਰਜੀ ਤੁਰਿਆ ਫਿਰਦਾ ਰਹਿ, ਜਿੱਥੇ ਮਰਜੀ ਜਾ, ਤੈਨੂੰ ਕੋਈ ਰੋਕ ਟੋਕ ਨਹੀਂ, ਪਰ ਜਿੱਦੇ ਮੈਂ ਸਰੀਰ ਛੱਡੂ ਮੇਰੀ ਕੋਲੇ ਹੋਈ, ਮੇਰਾ ਸਿਰ ਨਾ ਤੇਰੀ ਗੋਦੀ 'ਚ ਹੋਵੇ, ਤੇਰੀ ਬੁੱਕਲ 'ਚ ਹੋਵੇ। ਰਾਏ ਬੁਲਾਰ ਦੀ ਭਾਵਨਾ ਇੱਥੋਂ ਸਿੱਧ ਹੋ ਗਿਆ ਵੀ ਰਾਏ ਬੁਲਾਰ ਬਾਬੇ ਨਾਨਕ ਨੂੰ ਬਹੁਤ ਪਿਆਰ ਕਰਦਾ ਸੀਗਾ। ਰਾਏ ਬੁਲਾਰ। ਤੇ ਇਹ ਜਿਹੜੀ ਜਿੱਥੇ ਤਲਵੰਡੀ ਦੀ ਧਰਤੀ ਹੈ ਨਾ, ਆਪਾਂ ਕੀ ਕਹਿੰਦੇ ਹੁੰਦੇ ਆ ਵੀ ਰਾਏ ਭੋਏ ਦੀ ਤਲਵੰਡੀ। ਇਹ ਰਾਏ ਬੁਲਾਰ ਦਾ ਪਿਓ ਸੀ ਰਾਏ ਭੋਏ, ਇਹ ਗੁਰੂ ਨਾਨਕ ਆਪਣਾ ਰਾਏ ਬੁਲਾਰ ਦਾ ਬਾਪ ਸੀ। ਤੇ ਪਹਿਲਾਂ ਇਹ ਰਾਜਪੂਤ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ, ਬਾਅਦ ਵਿੱਚ ਕਿਸੇ ਕਾਰਨ ਮੁਸਲਮਾਨ ਪਰਿਵਾਰ ਇਹਨਾਂ ਨੂੰ ਤਬਦੀਲ ਕਰਨਾ ਪੈ ਗਿਆ, ਇੱਧਰ ਆਉਣਾ ਪੈ ਗਿਆ। ਤੇ ਇੱਥੇ ਰਾਏ ਬੁਲਾਰ ਆ ਜਿਹੜਾ, ਇਹ ਮੌਕੇ ਦਾ ਕਹਿ ਲਓ ਮੁਖੀਆ ਗਾ ਤਲਵੰਡੀ ਦਾ, ਚੌਧਰੀ ਆ। ਤੇ ਰਾਏ ਬੁਲਾਰ ਦੇ ਕੋਲ ਨਵਾਬ ਦੌਲਤ ਖਾਂ, ਜਿਹੜਾ ਸੁਲਤਾਨਪੁਰ ਲੋਧੀ ਦਾ, ਦੌਲਤ ਖਾਂ ਦਾ ਵਪਾਰੀ ਢਾਂਚਾ ਜੁੜਿਆ ਹੋਇਆ ਸੀ, ਸਿਸਟਮ ਜੁੜਿਆ ਹੋਇਆ ਸੀਗਾ। ਤੇ ਇਹਨਾਂ ਦੇ ਸੰਨ ਦੇ ਵਿੱਚ ਡਿਊਟੀ ਕਰਨ ਵਾਲਾ ਕੌਣ ਸੀ, ਭਾਈ ਜੈ ਰਾਮ, ਇਹ ਵੀ ਸੁਲਤਾਨਪੁਰ ਲੋਧੀ ਦਾ। ਤੇ ਜੈ ਰਾਮ ਨੂੰ ਇਧਰੋਂ ਦੌਲਤ ਖਾਂ ਵਿੱਚ ਪੈ ਗਿਆ ਤੇ ਇਧਰੋਂ ਰਾਏ ਬੁਲਾਰ ਪੈ ਗਿਆ। ਸੰਨ ਦੇ ਵਿੱਚ ਦੌਲਤ ਖਾਂ ਨੇ ਤੇ ਰਾਏ ਬੁਲਾਰ ਨੇ ਬੇਬੇ ਨਾਨਕੀ ਵਾਸਤੇ ਮਹਿਤਾ ਕਾਲੂ ਦੇ ਨਾਲ ਰਾਏ ਕਰਕੇ ਵਰ ਚੁਣ ਲਿਆ ਵੀ ਸਾਨੂੰ ਲੜਕਾ ਯੋਗ ਲੱਗਦਾ ਭਾਈ ਜੈ ਰਾਮ ਨਾ, ਤੇ ਇਹਦੇ ਨਾਲ ਆਪਾਂ ਬੇਬੇ ਨਾਨਕੀ ਦਾ ਰਿਸ਼ਤਾ ਕਰ ਦਿੰਦੇ ਆ।
ਆਪਾਂ ਨੂੰ ਯੋਗ ਲੱਗਦਾ ਤੇ ਆਪਣੇ ਬੇਟੀ ਵਾਸਤੇ ਠੀਕ ਆ ਲੜਕਾ, ਇਹ ਚੁਣ ਲਓ। ਜਣੀ ਕਿ ਦੌਲਤ ਖਾਂ ਤੇ ਰਾਏ ਬੁਲਾਰ ਨੇ ਪਟਵਾਰੀ ਮਹਿਤਾ ਕਾਲੂ ਦੇ ਨਾਲ ਵਿਚਾਰ ਕਰਕੇ ਸਾਦੀ ਦਾ ਦਿਨ ਨਿਯੁਕਤ ਕੀਤਾ ਗਿਆ ਤੇ ਅੱਜ ਬੇਬੇ ਨਾਨਕੀ ਦਾ ਵਿਆਹ ਹੋ ਗਿਆ। ਤੇ ਜਿਵੇਂ ਅੱਜ ਵੀ ਰੀਤ ਆ, ਜਦੋਂ ਭੈਣ ਦੀ ਡੋਲੀ ਘਰ ਦੇ ਵਿੱਚੋਂ ਜਾਂਦੀ ਆ ਨਾ, ਤੇ ਉਸ ਟਾਈਮ ਤੇ ਭਰਾ ਨਾਲ ਜਾਂਦੇ ਆ। ਤੇ ਬਾਬੇ ਨਾਨਕ ਨੇ ਨਾ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਰੱਜ ਕੇ ਕੰਮ ਕੀਤਾ। ਇਹ ਵੀ ਇਤਿਹਾਸ ਗਵਾਹ ਗਾ। ਵੈਸੇ ਇੰਨੀ ਬਰੀਕੀ ਦੇ ਨਾਲ ਆਪਾਂ ਇਤਿਹਾਸ ਨੂੰ ਪੜ੍ਹਦੇ ਨਹੀਂ, ਪਰ ਉੱਥੇ ਹਵਾਲੇ ਮਿਲਦੇ ਨੇ, ਸੰਤੋਖ ਸਿੰਘ ਵਰਗੇ ਦਿੰਦੇ ਨੇ, ਕਹਿੰਦੇ ਬਹੁਤ ਰੱਜ ਕੇ ਕੰਮ ਕੀਤਾ। ਤੇ ਫਿਰ ਨਾਲ ਵੀ ਗਏ ਨੇਗੇ, ਜਿਵੇਂ ਭੈਣ ਦੇ ਨਾਲ ਭਰਾ ਜਾਂਦਾ ਨਾ, ਨਾਲ ਵੀ ਗਏ ਨੇਗੇ। ਕਈ ਦਿਨ ਸੁਲਤਾਨਪੁਰ ਦੀ ਧਰਤੀ ਤੇ ਵੀ ਰਹੇ। ਪਰ ਦੂਸਰਾ ਪੱਖ ਨਾਲ ਨਾਲ ਇਹ ਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੁਭਾਗ ਆ, ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਿਆ ਹੋਇਆ। ਬਾਪ ਨਾਲ ਅਣਬਣ ਆ ਗਈ। ਬਾਪ ਅਜੇ ਬਾਬੇ ਨਾਨਕ ਨੂੰ ਸਮਝ ਨਹੀਂ ਸਕਿਆਗਾ। ਬਾਬੇ ਨਾਨਕ ਨੂੰ ਅਜੇ ਬਾਪ ਸਮਝ ਨਹੀਂ ਸਕਿਆ। ਵਿੱਚੋਂ ਦੀ ਇੱਕ ਸਾਖੀ ਆਪਣੀ ਰਹਿੰਦੀ ਹੈ, ਕਿਹੜੀ ਵੀ ਜਦੋਂ ਸੱਚੇ ਸੌਦੇ ਵਾਲੀ ਆਪਾਂ ਗੱਲ ਕਰਦੇ ਆ, ਗੁਰੂ ਨਾਨਕ ਸਾਹਿਬ ਨੂੰ ਬਾਪ ਨੇ ਭੇਜਿਆ ਨਾ ਵੀ ਤੂੰ ਸੱਚ ਦਾ ਸੌਦਾ ਕਰਕੇ ਆ ਜਾ। ਤੇ ਇੱਕ ਗੱਲ ਹੋਰ ਚੇਤੇ ਰੱਖਿਓ, ਉਸ ਟਾਈਮ ਤੇ ਜਦੋਂ ਸੱਚਾ ਸੌਦਾ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਨੂੰ ਭੇਜਿਆਗਾ ਤਾਂ 20 ਰੁਪਏ ਆਪਾਂ ਕਹਿੰਦੇ ਆ ਵੀ ਦਿੱਤੇ। ਇੱਥੇ ਕਈ ਹਵਾਲੇ ਮਿਲਦੇ ਨੇ, ਕਿਸੇ ਨੇ ਦਿਨਾਰ ਵੀ ਲਿਖਿਆ, 20 ਦਿਨਾਰ। ਪਰ ਉਸ ਟਾਈਮ ਤੇ ਜਿਹੜਾ ਰਾਜ ਸੀ ਨਾ, ਉਹ ਬਹਿਲੋਲ ਲੋਧੀ ਦਾ ਸੀ। ਉਸ ਟਾਈਮ ਤੇ ਰਾਜ ਬਹਿਲੋਲ ਲੋਧੀ ਦਾ, ਤੇ ਬਹਿਲੋਲ ਲੋਧੀ ਦੇ ਨਾਮ ਤੇ ਛਿੱਕੇ ਚੱਲਦੇ ਸੀ। ਬਹਿਲੋਲ ਲੋਧੀ ਦੇ ਨਾਮ ਤੇ ਛਿੱਕੇ ਚੱਲਦੇ ਸੀ। ਬਹਿਲੋਲੀਆਂ 20 ਦਿੱਤੀਆਂ, ਜਾਨੀ ਕਿ 20 ਬਹਿਲੋਲੀਆਂ ਦਿੱਤੀਆਂ, ਜਾਨੀ ਕਿ 20 ਆਪਾਂ ਪੈਸੇ, ਟਕੇ, ਦਿਨਾਰ, ਰੁਪਈਏ, ਆਮ ਪ੍ਰਚਲਿਤ ਗੱਲ 20 ਰੁਪਈਆਂ ਦੀ ਆਉਂਦੀ ਆ ਵੀ ਗੁਰੂ ਨਾਨਕ ਸਾਹਿਬ ਨੂੰ ਬਾਪੂ ਵੱਲੋਂ 20 ਰੁਪਏ ਮਿਲੇ ਵੀ ਕੋਈ ਵਪਾਰ ਕਰਕੇ ਆ। ਅੱਛਾ, 20 ਬਹਿਲੋਲੀਆਂ ਜਿਹੜੀਆਂ ਦਿੱਤੀਆਂ ਨਾ, ਤੇ ਉਸ ਟਾਈਮ ਦੇ ਇਤਿਹਾਸ ਨੂੰ ਬਾਚਦਿਆਂ ਹੋਇਆਂ ਵਿਦਵਾਨ ਲਿਖਦੇ ਨੇ ਇੱਕ ਬਹਿਲੋਲੀ ਦਾ 10 ਮਣ ਅਨਾਜ ਆ ਜਾਂਦਾ ਸੀ। ਇੱਕ ਬਹਿਲੋਲੀ ਦਾ ਨਾ 10 ਮਣ ਅਨਾਜ ਆ ਜਾਂਦਾ ਸੀ, ਦਾਣੇ ਆ ਜਾਂਦੇ ਸਨ 10 ਮਣ। ਚੇਤਾ ਰੱਖਿਓ, ਫਿਰ 20 ਬਹਿਲੋਲੀਆਂ ਦੇ ਲਾ ਲਓ ਹਿਸਾਬ ਵੀ ਕਿੰਨੇ ਮਣ ਅਨਾਜ ਆ ਸਕਦਾ। ਜੇ ਇੱਕ ਬਹਿਲੋਲੀ ਦਾ 10 ਮਣ ਆਉਂਦਾ ਨਾ, ਤਾਂ ਅੰਦਾਜ਼ਾ ਲਾਓ ਵੀ ਬਾਬੇ ਨਾਨਕ ਨੂੰ ਵਪਾਰ ਕਰਨ ਭੇਜਿਆਗਾ। 20 ਰੁਪਈਏ, ਆਪਾਂ ਅੱਜ ਦੀ ਭਾਸ਼ਾ ਰੁਪਈਏ ਕਹਿੰਦੇ ਆ, ਦੇ ਕੇ। ਇਹ ਵੀ ਮੰਨਿਆ ਜਾਂਦਾ, ਕਹਿੰਦੇ ਇੱਕ ਬਹਿਲੋਲੀ ਦੇ ਨਾਲ ਨਾ ਲਾਹੌਰ, ਦਿੱਲੀ ਆਦਿਕ ਹੋਰ ਵੱਡੇ ਵੱਡੇ 2 ਜਾਂ 3 ਸ਼ਹਿਰਾਂ ਦੇ ਵਿੱਚ ਬੰਦਾ ਕਈ ਦਿਨਾਂ ਦਾ ਸਫ਼ਰ ਟੂਰ ਲਾ ਕੇ ਵਾਪਸ ਪਰਤ ਆਉਂਦਾ ਤਾਂ ਇੱਕ ਬਹਿਲੋਲੀ ਵਾਧੂ ਸੀ, ਬਚ ਜਾਂਦੇ ਸੀ ਉਹਦੇ ਚੋਂ ਵੀ ਰੁਪਈਏ। ਇੰਨੀ ਕੁ ਮਤਲਬ ਕਿ ਉਹਦੀ ਉਸ ਟਾਈਮ ਤੇ ਕੀਮਤ ਸੀਗੀ। ਹੁਣ ਸੱਚੇ ਪਾਤਸ਼ਾਹ ਨੇ ਜਿਹੜੀ ਆਪਾਂ ਗੱਲ ਕੀਤੀ ਹੈ ਵੀ ਬਾਬੇ ਨਾਨਕ ਦੇ ਬਾਪ ਨੇ ਅਜੇ ਗੁਰੂ ਨਾਨਕ ਸਾਹਿਬ ਨੂੰ ਸਮਝਿਆ ਨਹੀਂ ਵੀ ਉਹ ਕੀ ਚੀਜ਼ ਆ, ਕੀ ਗੱਲ ਆ, ਕੀ ਬਾਤ ਆ। ਇਹ ਕੁਦਰਤੀ ਸੁਭਾਅ, ਕੁਦਰਤੀ ਸੁਭਾਅ ਲੋਕਾਂ ਦਾ। ਕੀ ਵਿੱਚੋਂ ਆਪਾਂ ਸੁਭਾਅ ਦੀ ਗੱਲ ਕਰਨੀ ਆ, ਮੰਨ ਲਓ ਵੀ ਆਪਣੇ ਪਿੰਡ ਦਾ ਕੋਈ ਵਿਅਕਤੀ ਹੋਵੇ ਨਾ, ਉਹ ਚੰਗਾ ਹੋਵੇ, ਬਹੁਤ ਜ਼ਿਆਦਾ ਚੰਗਾ ਹੋਵੇ, ਆਸੇ ਪਾਸੇ ਉਹਦੀ ਬਹੁਤ ਜ਼ਿਆਦਾ ਸੋਭਾ ਹੋਵੇ, ਪਰ ਪਿੰਡ ਦੇ ਵਿੱਚ ਉਹਨੂੰ ਕੋਈ ਚੰਗਾ ਨਹੀਂ ਕਹੂਗਾ। ਇਹ ਲੋਕਾਂ ਦਾ ਸੁਭਾਅ। ਇਹ ਆਪਾਂ ਨਿਗਾਹ ਮਾਰ ਕੇ ਕਹਿ ਸਕਦੇ ਹਾਂ, ਦੇਖ ਸਕਦੇ ਹਾਂ ਵੀ ਅਸੀਂ ਕਿਉਂ ਨਹੀਂ ਚੰਗਾ ਕਹਿੰਦੇ। ਸਾਡੀ ਜ਼ੁਬਾਨ 'ਚ ਐਸੀ ਕੀ ਗੱਲ ਆ ਵੀ ਜਿਹੜੀ ਚੰਗਾ ਕਹਿਣ ਦੇ ਲਈ ਤਿਆਰ ਨਹੀਂ। ਪਤਾ ਨਹੀਂ ਸਾਡੀ ਜ਼ੁਬਾਨ ਇੰਨੀ ਗੰਦੀ ਕਿਉਂ ਆ ਵੀ ਇਹ ਚੰਗੇ ਨੂੰ ਚੰਗਾ ਕਹਿ ਕੇ ਰਾਜੀ ਨਹੀਂ। ਹਾਂ, ਚੰਗੇ ਨੂੰ ਮਾੜਾ ਤਾਂ ਕਹਿ ਦੂ, ਇਹਦਾ ਸੁਭਾਅ ਸਾਡੀ ਜੀਭ ਦਾ। ਇਹ ਚੰਗੇ ਨੂੰ ਨਾ ਮਾੜਾ ਤਾਂ ਕਹਿ ਦੂ, ਲੇਵਲ ਦਾ ਦੂ, ਪਰ ਇਹ ਚੰਗੇ ਨੂੰ ਚੰਗਾ ਕਹਿ ਕੇ ਰਾਜੀ ਨਹੀਂ। ਪਤਾ ਨਹੀਂ ਕਿਉਂ।
ਸਾਡੇ ਅੰਦਰ ਦਾ ਸੁਭਾਅ ਆ। ਸਾਨੂੰ ਨਾ ਚਿੜ ਹੁੰਦੀ ਰਹਿੰਦੀ ਹੈ ਵੀ ਚੰਗਾ ਨਹੀਂ ਕਹਿਣਾ, ਨਾ 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 ਚੰਗਾ ਕਹਿਤਾ ਤਾਂ ਗੱਲ ਹੀ ਗੜਬੜ ਹੋ ਜੂਗੀ। ਹੁਣ ਗੁਰੂ ਨਾਨਕ ਸਾਹਿਬ ਦੇ ਸੁਭਾਅ ਨੂੰ ਬਾਪ ਸਮਝਿਆ ਨਹੀਂ ਹੈ। ਕੀ ਗੱਲ ਆ, ਕਿੰਨਾ ਕੁ ਚੰਗਾ, ਕੀ ਬਾਤ ਆ। ਇਵੇਂ ਜਿਵੇਂ ਸਾਡੇ ਪਿੰਡ ਦੀ ਸਥਿਤੀ ਆ, ਸਾਡੇ ਘਰ ਦੀ ਸਥਿਤੀ ਹੁੰਦੀ ਆ, ਭਰਾ ਭਰਾ ਨੂੰ ਨਹੀਂ ਸਮਝ ਸਕਦਾ, ਰਿਸ਼ਤੇਦਾਰ ਨਹੀਂ ਸਮਝ ਸਕਦੇ, ਦੋਸਤ ਮਿੱਤਰ ਨਹੀਂ ਸਮਝ ਸਕਦੇ ਗੇ। ਉਹਨਾਂ ਦੀ ਨਿਗਾਹ 'ਚ ਬੰਦਾ ਆਮ ਹੀ ਹੁੰਦਾ, ਖਾਸ ਬੰਦਾ ਵੀ, ਪਰ ਜਿਹਦੇ 'ਚ ਗੁਣ ਆ, ਉਹਦੀ ਸੋਭਾ, ਉਹਦੀ ਵਡਿਆਈ ਨਾ ਦੂਜੇ ਪਿੰਡਾਂ ਤੋਂ ਪਤਾ ਲੱਗਦੀ ਹੁੰਦੀ ਆ, ਪਿੰਡ 'ਚੋਂ ਨਹੀਂ ਪਤਾ ਲੱਗਦਾ ਹੁੰਦਾ। ਜੇ ਕਿਸੇ ਦੀ ਵਡਿਆਈ ਵੇਖਣੀ ਹੋਵੇ ਨਾ, 2-4 ਆਸੇ-ਪਾਸੇ ਪਿੰਡ ਨਿਕਲ ਜਾਓ, ਫਿਰ ਪਤਾ ਲੱਗੂ ਵੀ ਇਹਦੇ 'ਚ ਗੁਣ ਹੈਗਾ, ਇਹਦੀ ਸੋਭਾ ਹੈਗੀ ਆ, ਵਡਿਆਈ ਹੈਗੀ ਆ ਜਾਂ ਨਹੀਂ ਹੈਗੀ। ਆਪਣੇ ਘਰੋਂ ਨਹੀਂ ਪਤਾ ਲੱਗਦਾ, ਪਿੰਡ 'ਚੋਂ ਨਹੀਂ ਪਤਾ ਲੱਗਦਾ ਗਾ। ਇਸ ਕਰਕੇ ਬਾਬੇ ਨਾਨਕ ਨੂੰ ਅਜੇ ਸਮਝਿਆ ਨਹੀਂ ਹੈ। ਜਦੋਂ 20 ਰੁਪਏ ਦੇ ਕੇ ਤੋਰਤਾ ਨਾ, ਤੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕੀ ਆ, ਸੱਚ ਦਾ ਸੌਦਾ ਕਰਕੇ ਆਈ, ਸੱਚਾ ਬਣ ਜਾ। ਤੇ ਹੁਣ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਕੌਣ ਸੀਗਾ? ਇੱਥੇ ਜ਼ਿਕਰ ਕੀਤਾ ਜਾਂਦਾ ਵੀ ਗੁਰੂ ਨਾਨਕ ਸਾਹਿਬ ਨੂੰ ਭੁੱਖੇ ਸਾਧੂਆਂ ਦੀ ਇੱਕ ਮੰਡਲੀ ਮਿਲੀ, ਇੱਕ ਜਮਾਤ ਮਿਲੀ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੀ? ਗੁਰੂ ਨਾਨਕ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ। ਕਹਿੰਦਾ ਜੋ ਤੁਸੀਂ ਕਰ ਰਹੇ ਹੋ ਨਾ, ਇਹ ਸਿਆਣਿਆਂ ਵਾਲੇ ਕੰਮ ਨਹੀਂ। ਹੁਣ ਉਦਾਹਰਨ ਲੈ ਲਓ ਵੀ ਸਿਆਣਾ ਬੰਦਾ ਮਿੱਟੀ 'ਚ ਤਾਂ ਨਹੀਂ ਲਿਬੜਦਾ ਹੁੰਦਾ ਭਾਈ, ਨਾ ਸਵਾਹ 'ਚ ਲਿਬੜਦਾ, ਹਨਾ। ਪਰ ਸਾਡੇ ਸਮਾਜ 'ਚ ਨਾ ਜਿਹੜੇ ਸਵਾਹ 'ਚ ਲਿਬੜਦੇ ਆ, ਜਿਹੜੇ ਮਿੱਟੀ 'ਚ ਲਿਬੜਦੇ ਨੇ, ਉਹਨਾਂ ਨੂੰ ਲੋਕ ਸੰਤ ਕਹਿੰਦੇ ਨੇ। ਸਾਡੇ ਸਮਾਜ ਦੀ ਸਥਿਤੀ ਹੈ ਇਹ। ਉਹਨਾਂ ਨੂੰ ਸੰਤ ਕਹਿੰਦੇ ਆ ਲੋਕ, ਮਹਾਂਪੁਰਖ ਕਹਿੰਦੇ ਨੇ ਉਹਨਾਂ ਨੂੰ। ਹੁਣ ਲੋਕਾਂ ਦੀ ਨਿਗਾਹ 'ਚ ਤਾਂ ਉਹ ਮਿੱਟੀ 'ਚ ਸਵਾਹ 'ਚ ਲਿਬੜਨ ਵਾਲੇ ਮਹਾਂਪੁਰਖ ਹੀ ਸੀ ਨਾ। ਹੁਣ ਮੰਨ ਲਓ ਆਪਾਂ ਜਿੰਨੇ ਕੁ ਬੈਠੇ ਆ, ਆਪਾਂ ਨੂੰ ਪੁੱਠੇ ਲਟਕਣ ਦੀ ਆਦਤ ਤਾਂ ਹੈ ਨਹੀਂ ਗੀ। ਹਾਂ, ਜਵਾਕਾਂ ਵਾਸਤੇ ਸਕੂਲ ਦੇ ਵਿੱਚ ਨਾ ਗਰਾਊਂਡ 'ਚ ਪੁੱਠੇ ਲਟਕਣ ਦੇ ਲਈ ਝੂਲੇ ਵੀ ਬਣਾਏ ਹੁੰਦੇ ਨੇ, ਵੀ ਪੁੱਠੇ ਲਟਕੋ ਤੁਸੀਂ, ਇੱਥੇ ਸਿੱਧੇ ਲਟਕੋ, ਜਿਵੇਂ ਮਰਜ਼ੀ ਲਟਕੀ ਜਾਓ। ਉਹਨਾਂ ਵਾਸਤੇ ਪ੍ਰਬੰਧ ਕੀਤਾ ਹੁੰਦਾ, ਪਰ ਉਹ ਪ੍ਰਬੰਧ ਸਿਆਣਿਆਂ ਵਾਸਤੇ ਨਹੀਂ ਹੁੰਦਾ। ਬੰਦਾ ਉਮਰ ਦੇ ਨਾਲ, ਸਿਆਣਪ ਨਾਲ ਢਲ ਜਾਂਦਾ, ਆਪਣੀ ਆਮ ਹੀ ਕਹਾਵਤ ਆ। ਤੇ ਫਿਰ ਇੱਥੇ ਸਾਡੇ ਸਮਾਜ ਦੇ ਵਿੱਚ ਪੁੱਠੇ ਲਟਕਣ ਵਾਲੇ ਸਾਧੂਆਂ ਦੀਆਂ ਮੰਡਲੀਆਂ ਬਣੀਆਂ ਹੋਈਆਂ, ਉਹ ਪੁੱਠੇ ਲਟਕੀ ਜਾਂਦੇ ਨੇਗੇ। ਮਤਲਬ ਜਿੰਨੀ ਕਿਰਿਆ ਗਈ, ਉਹ ਸਾਰੀਆਂ ਦੀਆਂ ਸਾਰੀਆਂ ਕਿਰਿਆਵਾਂ ਬੱਚਿਆਂ ਵਾਲੀਆਂ ਕਰ ਰਹੇ ਨੇ। ਬਾਬਾ ਕਹਿੰਦਾ ਯਾਰ ਤੁਸੀਂ ਕੰਮ ਗਲਤ ਕਰ ਰਹੇ ਹੋਗੇ, ਤੁਹਾਡੇ ਵਾਸਤੇ ਸਹੀ ਨਹੀਂ ਹੈ। ਜਾਨੀ ਕਿ ਬਾਬੇ ਨਾਨਕ ਨੇ ਗੱਲ ਨੂੰ ਨਾ ਆਪਣੇ ਦਿਲ ਦਿਮਾਗ ਦੇ ਵਿੱਚ ਹੀ ਕਿਹਾਗਾ ਵੀ ਤੁਹਾਡੇ ਵਾਸਤੇ ਗੱਲ ਸਹੀ ਨਹੀਂ ਹੈ। ਚਲੋ ਨੇੜੇ ਜਾਂਦੇ ਆ, ਵੇਖਦੇ ਆ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਧਿਆਨ ਖਿੱਚਣ ਦੇ ਲਈ ਉਹਨਾਂ ਨੂੰ ਉਸ ਟਾਈਮ ਤੇ ਇਉਂ ਕਹਿ ਲੋ ਲੋੜ ਪੂਰਤੀ ਵਾਸਤੇ ਕੁਝ ਖਵਾਇਆ। ਇੱਥੇ ਜ਼ਿਕਰ ਕੀਤਾ ਜਾਂਦਾ ਭੋਜਨ ਖਵਾਇਆ। ਭੁੱਖੇ ਸਾਧੂਆਂ ਨੂੰ 20 ਰੁਪਈਆਂ ਦਾ ਲੰਗਰ ਲਾਇਆ। ਤੇ 20 ਰੁਪਈਆਂ ਦੀ ਕਹਾਵਤ ਤੁਸੀਂ ਸੁਣ ਲਈ, 20 ਬਹਿਲੋਲੀਆਂ, ਜਾਣੀ ਕਿ ਇੱਕ ਬਹਿਲੋਲੀ ਦਾ 10 ਮਣ ਅਨਾਜ ਆਉਂਦਾ, 10 ਮਣ ਦਾਣੇ ਆਉਂਦੇ ਇੱਕ ਮਤਲਬ ਕਿ ਬਹਿਲੋਲੀ ਦੇ। ਤੇ ਭੁੱਖੇ ਸਾਧੂਆਂ ਦੀ ਜੇ ਮੰਨ ਲਓ ਮੰਡਲੀ ਦੇ ਵਿੱਚ 200-400 ਬੰਦਾ ਵੀ ਹੋਇਆ ਨਾ, ਤਾਂ ਵੀ 10 ਮਣ ਬਹੁਤ ਜ਼ਿਆਦਾ। ਇੱਕ ਬਹਿਲੋਲੀ ਦੇ ਤੇ 19 ਬਹਿਲੋਲੀਆਂ ਤਾਂ ਬਚ ਗਈਆਂ ਫਿਰ। ਪਰ ਇੱਥੇ ਜਿੰਨਾ ਜ਼ਿਕਰ ਆਉਂਦਾ ਨਾ, ਉਹ ਜ਼ਿਕਰ ਇਹੀ ਆਉਂਦਾ 20 ਦਾ ਲੰਗਰ ਲਾਤਾ। ਤੇ 20 ਦਾ ਲੰਗਰ ਤਾਂ ਇਉਂ ਮੰਨ ਲਓ ਵੀ ਉਸ ਟਾਈਮ ਤੇ ਨਾ ਬਹੁਤ ਵੱਡਾ ਲੰਗਰ ਲੱਗ ਸਕਦਾ। ਉਸ ਟਾਈਮ ਤੇ ਬਹੁਤ ਜ਼ਿਆਦਾ ਜ਼ਬਰਦਸਤ ਲੰਗਰ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰੱਜ ਸਕਦੇ ਨੇ। ਚਲੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਪਹਿਲਾਂ ਪੇਟ ਪੂਰਤੀ ਦਾ ਸਾਧਨ ਕੀਤਾ, ਉਹਨਾਂ ਦਾ ਧਿਆਨ ਖਿੱਚਿਆ ਗਿਆ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਨਾ ਉਸ ਤੋਂ ਬਾਅਦ ਸੱਚ ਦੀ ਗੱਲ ਵੀ ਕੀਤੀ। ਕਹਿੰਦਾ ਤੁਸੀਂ ਨਾ ਜਵਾਕਾਂ ਵਾਲੇ ਕੰਮ ਕਰੀ ਜਾਂਦੇ ਹੋ, ਜਵਾਕਾਂ ਵਾਲੇ ਕੰਮ। ਉਹ ਹੈਰਾਨ ਵੀ ਅਸੀਂ ਜਵਾਕਾਂ ਵਾਲੇ ਕੰਮ ਕਦੋਂ ਕਰਦੇ, ਤੂੰ ਹੀ ਕਹੀ ਜਾਣਾਗਾ। ਕਹਿੰਦਾ ਧਿਆਨ ਮਾਰ ਕੇ ਦੇਖੋ। ਗੱਲ ਤਾਂ ਧਿਆਨ ਤੇ ਹੁੰਦੀ ਆ ਨਾ, ਨਿਗਾਹ ਮਾਰ ਕੇ ਵੇਖੋ ਪੁੱਠੇ ਕੌਣ ਲਟਕਦੇ ਆ। ਉਹ ਸਾਧੂ ਆਪ ਹੀ ਬੋਲ ਪਏ, ਕਹਿੰਦੇ ਜਵਾਕ। ਕਹਿੰਦੇ ਫਿਰ ਤੁਸੀਂ ਲਟਕੀ ਜਾਂਦੇ ਹੋ। ਸਵਾਹ 'ਚ ਕੌਣ ਲਿਬੜਦੇ ਹੁੰਦੇ, ਰੇਤੇ ਰਵੇ 'ਚ ਕੌਣ ਲਿਬੜਦੇ ਆ। ਉਹ ਸਾਧੂ ਕਹਿੰਦੇ ਜਵਾਕ। ਫਿਰ ਇਹ ਕੰਮ ਤੁਸੀਂ ਵੀ ਕਰੀ ਜਾਂਦੇ ਹੋ, ਤੁਸੀਂ ਵੀ ਕਰੇ ਨਾ। ਅੱਛਾ, ਸਿਆਣਾ ਬੰਦਾ ਤਾਂ ਨੰਗਾ ਫਿਰਦਾ ਗਾ, ਜਵਾਕ ਨੰਗਾ ਫਿਰਦਾ ਰਹਿੰਦਾ ਗਾ, ਕੋਈ ਖਤਰਾ ਨਹੀਂ। ਆਪਾਂ ਕਹਿੰਦੇ ਚੱਲ ਕੋਈ ਨਾ, ਨਿਆਣਾ ਫਿਰਦਾ ਰਹਿਣ ਦੇ। ਤੁਸੀਂ ਨੰਗੇ ਤੁਰੇ ਫਿਰਦੇ ਹੋਗੇ, ਇਹ ਕੰਮ ਕੌਣ ਕਰਦੇ ਨੇ? ਦੇਖੋ ਬਾਬੇ ਨਾਨਕ ਦੀ ਦਲੀਲ ਦੇਖੋ ਆਪਾਂ, ਹਨਾ। ਤਾਈਓ ਕਿਹਾ ਜਾਂਦਾ ਸਭ ਤੇ ਵੱਡਾ ਸਤਿਗੁਰ। ਐਵੇਂ ਨਹੀਂ ਕਿਹਾਗਾ। ਆਪਣੀ ਕੱਲ ਵੀ ਇਹੀ ਵਿਚਾਰ ਸੀ, ਬਾਬੇ ਨਾਨਕ ਦੀ 9 ਸਾਲ ਦੀ ਦਲੀਲ।
उस टाइम ते मौके दे पंडित नूं विद्वान नूं भी मूँह नीवा करना पै गया। इत्थे जदों साधुआं नूं टके टके दियां सुणाईਆਂ ना बाबे नानक ने ते मूँह नीवे हो गए। बाबा नानक कहंदा घरे मुड़ जाओ, घरे मुड़ जाओ, वग जाओ घरे। ਤੁਹਾਨੂੰ ਗ੍ਰਸਤੀ ਜੀਵਨ ਦਿੱਤਾ ਪਰਮਾਤਮਾ ਨੇ, ਰੱਬ ਕਮਲਾ ਥੋੜੀ ਆ। ਤੁਹਾਨੂੰ ਬੱਚੇ ਦਿੱਤੇ ਨੇ ਉਹਨੇ, ਤੁਹਾਨੂੰ ਪਤਨੀਆਂ ਦਿੱਤੀਆਂ ਨੇ, ਤੁਹਾਨੂੰ ਮਾਤਾ ਪਿਤਾ ਦਿੱਤੇ ਨੇ, ਉਹ ਰੱਬ ਕਮਲਾ ਥੋੜੀ ਹੈਗਾ। ਤੇ ਤੁਸੀਂ ਛੱਡ ਕੇ ਸਾਰਿਆਂ ਨੂੰ ਆ ਗਏ। ਹੁਣ ਘਰੋਂ ਰੁੱਸ ਕੇ ਕੌਣ ਭੱਜਦਾ ਹੁੰਦਾ? ਜਿਹੜਾ ਬੇਅਕਲਾ ਹੋਵੇ ਤੇ ਜਵਾਕ ਹੋਵੇ। ਪਰ ਤੁਸੀਂ ਤਾਂ ਦੋਨੇ ਕੰਮ ਹੀ ਕਰੀ ਜਾਂਦੇ ਹੋ, ਬੇਅਕਲੇ ਵੀ ਹੋ ਤੁਸੀਂ ਤੇ ਜਵਾਕ ਵੀ ਹੋ, ਘਰੋਂ ਨਿਕਲ ਕੇ ਆ ਗਏ। ਆਪਣੇ 'ਚ ਆਪਾਂ ਅੰਦਾਜ਼ਾ ਲਾਓ, ਘਰੇ ਕੋਈ ਕਿੰਨੇ ਹੀ ਲੜ ਪਏ, ਸਿਆਣਾ ਬੰਦਾ ਘਰ ਛੱਡ ਕੇ ਨਹੀਂ ਜਾਂਦਾ। ਹਾਂ, ਪਾਗਲ ਜਾਊਗਾ ਜਾਂ ਨਿਆਣਾ ਜਾਊਗਾ। ਆਪਾਂ ਕਹਿੰਦੇ ਨਾ ਅੱਜ ਬੱਚੀ ਫਲਾਨਿਆਂ ਦੀ ਘਰੋਂ ਭੱਜ ਗਈ, ਉਹ ਨਿਆਣੀ ਸੀ, ਬੇਅਕਲੀ ਸੀ ਤਾਂ ਵਗ ਗਈ। ਬੱਚਾ ਵਗ ਗਿਆ, ਨਿਆਣਾ ਸੀ, ਬੇਅਕਲਾ ਸੀ, ਵਗ ਗਿਆ। ਪਰ ਸਿਆਣਾ ਨਹੀਂ ਜਾਂਦਾ। ਹਾਂ, ਸਿਆਣਪ ਆ ਜਿਹੜੀ ਉਹ ਨਿਆਣੇ ਨੂੰ ਵੀ ਆ ਸਕਦੀ ਆ, ਛੋਟੀ ਉਮਰ 'ਚ ਵੀ ਆ ਸਕਦੀ ਆ। ਤੇ ਸਿਆਣਪ 60-60 ਸਾਲਾਂ ਦਾ ਉਹਨੂੰ ਆਈ ਹਜੇ ਤੱਕ। ਜਾਣੀ ਕਿ ਆਪਾਂ ਇਉਂ ਕਹਿ ਲਓ 70 ਸਾਲ ਦਾੜਾ ਚਿੱਟਾ ਹੋ ਗਿਆ, ਅਜੇ ਸਿਆਣਾ ਹੋਇਆ ਨਹੀਂ ਬੰਦਾ। ਮਤਲਬ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਅੰਦਰੂਨੀ ਲੈਵਲ ਤੇ ਸਮਝਾਈਆਂ ਬੜੇ ਪਿਆਰ ਦੇ ਨਾਲ। ਜਦੋਂ ਹੁਣ ਨਾ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਤਾਂ ਸਾਰੇ ਕੰਮ ਨਿਆਣਿਆਂ ਵਾਲੇ ਕਰੀ ਜਾਂਦੇ ਹੋ, ਰੋਟੀ ਪਾਣੀ ਛਕ ਲਿਆ ਤੇ ਘਰੇ ਜਾਓ। ਉਹ ਕਹਿੰਦੇ ਅਸੀਂ ਘਰੇ ਜਾ ਨਹੀਂ ਸਕਦੇ, ਸਾਡੀ ਮਜਬੂਰੀ ਆ, ਅਸੀਂ ਤਾਂ ਨਾ ਘਰੋਂ ਆਏ ਆ। ਤੇ ਜੇ ਹੁਣ ਅਸੀਂ ਘਰੇ ਜਾਵਾਂਗੇ ਖਾਲੀ ਹੱਥ, ਨਾ ਸਾਡੇ ਕੋਲੇ ਕੋਈ ਲੀੜਾ ਕੱਪੜਾ, ਨਾ ਸਾਡੇ ਕੋਲੇ ਘਰੇ ਲਿਜਾਣ ਨੂੰ ਕੁਛ ਹੈਗਾ, ਨਾ ਸਾਡੇ ਕੋਲੇ ਕੋਈ ਪੈਸੇ ਆ, ਐਂ ਤਾਂ ਸਾਨੂੰ ਘਰਦਿਆਂ ਨੇ ਵੀ ਨਹੀਂ ਵਾੜਨਾਗਾ, ਘਰਦਿਆਂ ਨੇ ਵੀ ਨਾ ਵਾੜਨਾਗਾ। ਇਹ ਤਾਂ ਗੱਲ ਗਲਤ ਹੈ, ਇੱਥੇ ਮੁੜ ਹੀ ਨਹੀਂ ਜਾਣਾ ਸਾਹਿਬ ਤਾਂ। ਜਾਣੀ ਕਿ ਉਹਨਾਂ ਨੇ ਦਿਲ ਦੀ ਗੱਲ ਦੱਸਤੀ, ਸੱਚੀ ਗੱਲ ਦੱਸਤੀ। ਬਾਬਾ ਨਾਨਕ ਕਹਿੰਦਾ ਫਿਰ ਘਰੇ ਵੜਨ ਦਾ ਪ੍ਰਬੰਧ ਮੈਂ ਕਰ ਦਿੰਦਾ। ਪਰ ਇਹ ਗੱਲ ਮਿਲਦੀ ਨਹੀਂ, ਲਿਖੀ ਨਹੀਂ ਮਿਲਦੀ ਸਾਨੂੰ। ਜਿਹੜੀਆਂ ਮੋਟੀਆਂ ਸਾਖੀਆਂ ਨਾ, ਆਮ ਸਾਖੀਆਂ, ਅਖਬਾਰੀ ਸਾਖੀਆਂ ਕਹਿ ਲਓ ਆਪਾਂ, ਉਹਨਾਂ 'ਚ ਸਾਨੂੰ ਇਹ ਗੱਲ ਮਿਲਦੀ ਨਹੀਂ। ਬਾਬਾ ਨਾਨਕ ਕਹਿੰਦਾ ਘਰੇ ਵੜਨ ਦਾ ਪ੍ਰਬੰਧ ਮੈਂ ਕਰ ਦਿੰਦਾ। ਦੇਖੋ ਬਾਬੇ ਦੀ ਦੂਰ ਅੰਦੇਸੀ ਸੋਚ, ਠੀਕ ਹੈ ਨਾ। ਉਹ ਕਹਿੰਦੇ ਕਿਵੇਂ ਕਰੇਗਾ? ਨਹੀਂ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਲੀੜੇ ਕੱਪੜੇ ਲੈ ਕੇ ਦੇ ਦਿੰਦਾ, ਠੀਕ ਹੈ ਨਾ। ਤੇ ਨਾਲੇ ਤੁਹਾਨੂੰ ਮੈਂ ਪੈਸੇ ਕੁਝ ਦੇ ਦੂੰਗਾ ਤੇ ਘਰੇ ਤੁਸੀਂ ਜਾਓ, ਸੌਦਾ ਲੈ ਕੇ ਜਾਓ, ਸਮਾਨ ਲੈ ਕੇ ਜਾਓ, ਬੱਚਿਆਂ ਵਾਸਤੇ ਫਰੂਟ ਲੈ ਕੇ ਜਾਓ, ਕੁਝ ਖਰੀਦ ਕੇ ਲੈ ਕੇ ਜਾਓ। ਬੱਚੇ ਤੁਹਾਡੀ ਵੇਟ ਕਰਦੇ ਆ, ਤੁਹਾਡੀ ਪਤਨੀ ਤੁਹਾਡੀ ਵੇਟ ਕਰਦੀ ਹੈ, ਜਾਓ ਮੁੜ ਜਾਓ ਘਰ ਨੂੰ। ਕਹਿਣ ਤੋਂ ਭਾਵ ਬਾਬੇ ਨਾਨਕ ਨੇ ਕੁਝ ਭੋਜਨ ਛਕਾਇਆ ਤੇ ਕੁਝ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਕੇ ਤੇ ਨਗਦ ਕੈਸ਼ ਉਹਨਾਂ ਦੇ ਹੱਥ ਤੇ ਧਰ ਕੇ ਉਹਨਾਂ ਨੂੰ ਘਰ ਨੂੰ ਮੋੜਤਾ। ਜਾਣੀ ਕਿ ਬਾਬਾ ਨਾਨਕ ਨਾ ਇੱਥੋਂ ਸਿੱਧ ਹੋ ਗਿਆ ਘਰ ਬਸਾਉਂਦਾ, ਘਰ ਉਜਾੜਦਾ ਨਹੀਂ ਹੈ। ਤੇ ਆਪਾਂ ਪੜ੍ਹਦੇ ਨਾ ਸੱਤੇ ਬਲਵੰਡੇ ਦੀ ਬਾਣੀ ਚੋਂ, ਤੇ ਤੀਜੇ ਪਾਤਸ਼ਾਹ ਦੀ ਧਰਮ ਪਤਨੀ, ਮਾਫ ਕਰਨਾ, ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਧਰਮ ਪਤਨੀ ਮਾਤਾ ਖੀਵੀ, ਤੇ ਉਹ ਲੰਗਰ 'ਚ ਪੈਸੇ ਵੰਡਦੀ ਰਹੀ ਆ। ਤੇ ਲੰਗਰ 'ਚ ਪੈਸੇ ਵੰਡਣ ਦੀ ਪਰੰਪਰਾ ਕਿਹਨੇ ਸ਼ੁਰੂ ਕੀਤੀ? ਗੁਰੂ ਨਾਨਕ ਸਾਹਿਬ ਨੇ। ਅੱਜ ਤੱਕ ਦੁਨੀਆ ਦੇ ਵਿੱਚ ਐਸੀ ਰੀਤ ਨਹੀਂ ਜਿੱਥੇ ਪੈਸਾ ਵੰਡਿਆ ਜਾਂਦਾ ਹੋਵੇ, ਪਰ ਬਾਬੇ ਨਾਨਕ ਨੇ ਨਾ ਪੈਸਾ ਵੀ ਵੰਡਿਆ। ਤੇ ਹੁਣ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਤੀ ਲੰਗਰ ਦੀ ਪ੍ਰਥਾ। ਭਾਵੇਂ ਦੂਜੇ ਪਾਤਸ਼ਾਹ ਤੀਜੇ ਪਾਤਸ਼ਾਹ ਨਾਲ ਐਡ ਹੁੰਦੀ ਹੈ ਵੀ ਉੱਥੇ ਪੰਗਤ ਤੇ ਸੰਗਤ ਦਾ ਸਿਧਾਂਤ ਸ਼ੁਰੂ ਹੋਇਆ, ਪਰ ਸ਼ੁਰੂ ਕਿਹਨੇ ਕੀਤਾ? ਗੁਰੂ ਨਾਨਕ ਸਾਹਿਬ ਨੇ। ਜਾਣੀ ਕਿ ਜੇ ਆਪਾਂ ਸ਼ਸਤਰ ਵਿਦਿਆ ਦੀ ਗੱਲ ਵੀ ਕਰੀਏ ਨਾ, ਉਹ ਵੀ ਮੁੱਢ ਗੁਰੂ ਨਾਨਕ ਸਾਹਿਬ ਨਹੀਂ ਬੰਨਿਆ ਹੈਗਾ। ਤੇ ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਨੇ ਨਾ ਸੱਚ ਦਾ ਸੌਦਾ ਕੀਤਾ, ਲੋੜਵੰਦਾਂ ਦੀ ਸੇਵਾ ਕਰਕੇ ਉਹਨਾਂ ਨੂੰ ਘਰੇ ਮੋੜਤਾ। ਇੱਥੋਂ ਸਿੱਧ ਹੋ ਗਿਆ ਬਾਬਾ ਨਾਨਕ ਭੁੱਲੇ ਭਟਕਿਆਂ ਨੂੰ, ਘਰੋਂ ਨਿਕਲਿਆਂ ਨੂੰ ਰਸਤੇ ਤੇ ਪਾ ਕੇ ਘਰੇ ਵੜਦੇ ਕਰ ਦਿੰਦਾ। ਇਹ ਬਾਬੇ ਨਾਨਕ ਦੀ ਕਲਾ। ਆਹ ਕੰਮ ਕਰਕੇ ਬਾਬਾ ਨਾਨਕ ਨਾ ਘਰ ਵਾਪਸ ਆ ਗਿਆ। ਘਰ ਵਾਪਸ ਆ ਗਿਆ। ਜਦੋਂ ਘਰ ਵਾਪਸ ਆਇਆ ਨਾ, ਤੇ ਉਸ ਟਾਈਮ ਤੇ ਜਦੋਂ ਬਾਪੂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਇਦਾਂ ਦਾ ਕੰਮ ਕਰਕੇ ਆਏ ਨੇ, ਤਾਂ ਉਦੋਂ ਮੰਨਿਆ ਜਾਂਦਾ ਵੀ ਗੁਰੂ ਨਾਨਕ ਸਾਹਿਬ ਨੂੰ ਘੂਰਿਆ। ਤੇ ਪਿਤਾ ਬਹੁਤ ਕ੍ਰੋਧ ਦੇ ਵਿੱਚ ਨਾ ਬਾਬੇ ਨਾਨਕ ਦੇ ਥੱਪੜ ਮਾਰਦਾ। ਇਹ ਸੁਨੇਹਾ ਨਾ ਗੁਰੂ ਨਾਨਕ ਸਾਹਿਬ ਦੇ ਘਰੇ ਆਏ ਤੇ ਗੁਰੂ ਨਾਨਕ ਸਾਹਿਬ ਨੇ ਨਹੀਂ ਦਿੱਤਾਗਾ, ਮਰਦਾਨਾ ਜੀ ਨੇ ਦੱਸਤਾ ਸੀ। ਜਾ ਕੇ ਪਹਿਲਾਂ ਤਾਂ ਮਾਤਾ ਸੁਲੱਖਣੀ ਨੂੰ ਦੱਸਿਆ, ਮਾਤਾ ਸੁਲੱਖਣੀ ਨੂੰ ਦੱਸਿਆ ਵਾਹਿਗੁਰੂ, ਮਾਤਾ ਤ੍ਰਿਪਤਾ ਦੇਵੀ ਨੂੰ,
ਤੇ ਫਿਰ ਬੇਬੇ ਨਾਨਕੀ ਨੂੰ ਪਤਾ ਲੱਗ ਗਿਆ। ਜਦੋਂ ਬਾਪੂ ਨੂੰ ਪਤਾ ਲੱਗ ਗਿਆ, ਬਾਪੂ ਕ੍ਰੋਧ ਵਿੱਚ ਭੱਜਿਆ, ਕਹਿੰਦਾ ਲੈ ਗਲਤ ਕੰਮ ਕਰਿਆ ਆ, ਮੈਂ ਘੂਰਦਾ ਉਹਨੂੰ। ਤੇ ਮਗਰ ਮਾਤਾ ਤ੍ਰਿਪਤਾ ਦੇਵੀ ਨੇ ਬੇਬੇ ਨਾਨਕੀ ਨੂੰ ਘੱਲਿਆ, ਕਹਿੰਦੀ ਜਾ ਲੜੂ ਜਾ ਕੇ ਤੇ ਜਾ ਕੇ ਪਿੱਛੇ ਨਾ ਹਟਾ ਉਹਨਾਂ ਨੂੰ, ਜਾ ਭੱਜ ਕੇ ਜਾ। ਤੇ ਫਿਰ ਵੀ ਬਾਬੇ ਨਾਨਕ ਨੂੰ ਘੂਰਿਆ ਵੀ, ਤੇ ਬਾਬੇ ਨਾਨਕ ਦੇ ਬਾਪੂ ਨੇ ਆਹ ਕੰਮ ਕਰਨ ਤੇ ਥੱਪੜ ਵੀ ਮਾਰਿਆ। ਇਹ ਸਾਨੂੰ ਇਤਿਹਾਸਕ ਸਰੋਤ ਮਿਲਦਾ। ਜਦੋਂ ਥੱਪੜ ਮਾਰਿਆ ਨੇ ਤੇ ਘੂਰਿਆ ਵੀ, ਆਪਣੇ ਵੱਲੋਂ ਜੋ ਆਪਣੇ ਪਰਿਵਾਰਾਂ ਦੀ ਰੀਤ ਆ, ਪਿਓ ਤੇ ਪੁੱਤ ਦੀ ਜੋ ਰਿਸ਼ਤੇਦਾਰੀ ਆ, ਉਹਦੇ ਮੁਤਾਬਕ ਝਿੜਕਾਂ ਦਿੱਤੀਆਂ। ਤੇ ਬੇਬੇ ਨਾਨਕੀ ਦੇ ਜਾਣ ਤੋਂ ਪਹਿਲਾਂ ਇੱਕ ਥੱਪੜ ਭਾਵੇਂ ਵੱਜ ਗਿਆ, ਪਰ ਇੱਥੇ ਇਹ ਸਰੋਤ ਮਿਲਦੇ ਆ, ਲਿਖਤ ਮਿਲਦੀ ਆ, ਬੇਬੇ ਨਾਨਕੀ ਨੇ ਜਾ ਕੇ ਆਪਣੇ ਬਾਪੂ ਨੂੰ ਘੁੱਟ ਕੇ ਗਲ ਵਕੜੀ 'ਚ ਲੈ ਲਿਆ। ਕਹਿੰਦੀ ਬਾਪੂ, ਕਹਿੰਦੀ ਇੱਕ ਤਾਂ ਮਾਰਿਆ, ਹੋਰ ਨਾ ਮਾਰੀ। ਇੱਕ ਤਾਂ ਮਾਰਿਆ ਨਾ, ਹੋਰ ਨਾ ਮਾਰੀ। ਕਿਉਂ? ਕਿਉਂਕਿ ਇਹ ਗੁਰੂ ਨਾਨਕ ਨਾ, ਜਿੱਥੇ ਮੇਰਾ ਵੀਰ ਆ, ਹੁਣ ਬੇਬੇ ਨਾਨਕੀ ਕਹਿੰਦੀ ਹੈ ਜਿੱਥੇ ਮੇਰਾ ਵੀਰ ਆ ਨਾ, ਮੈਂ ਆਪਣੀ ਅੱਖ ਨਾਲ ਵੀਰ ਦੇ ਰੂਪ 'ਚ ਵੇਖਦੀ ਆ, ਤੇ ਉੱਥੇ ਇਹਨੂੰ ਨਾ ਮੈਂ ਪੀਰ ਦੇ ਰੂਪ 'ਚ ਵੀ ਵੇਖਦੀ ਆ। ਇਹ ਦੁਨੀਆ ਦਾ ਪੀਰ ਵੀ ਆ ਤੇ ਮੇਰੇ ਲਈ ਵੀ ਬਹੁਤ ਵੱਡਾ ਪੀਰ ਆ। ਇਹ ਮੇਰੇ ਵੀਰ ਦੇ ਨਾ ਹੋਰ ਲੱਪੜ ਨਾ ਮਾਰੀ। ਕਹਿਣ ਤੋਂ ਭਾਵ ਬੇਬੇ ਨਾਨਕੀ ਵਿੱਚ ਐਸੀ ਕਿਹੜੀ ਕਲਾ ਸੀ, ਆਪਣੇ ਬਾਪ ਨੂੰ ਨਾ ਤਪੇ ਹੋਏ ਨੂੰ, ਜਾਣੀ ਕਿ ਕ੍ਰੋਧਿਤ ਹੋਏ ਨੂੰ, ਜਿਸ ਟਾਈਮ ਤੇ ਪਾਰਾ ਬਹੁਤ ਜ਼ਿਆਦਾ ਹਾਈ ਸੀ, ਤੇ ਉਸ ਟਾਈਮ ਤੇ ਗਲ ਵਕੜੀ ਵਿੱਚ ਲੈ ਕੇ ਠੰਡਾ ਠਾਰ ਕਰ ਦਿੱਤਾ। ਦੂਜਾ ਥੱਪੜ ਮਾਰਨ ਦੀ ਜਾਂ ਦੂਜੀ ਝਿੜਕ ਦੇਣ ਦੀ, ਬੋਲੀ ਬੋਲਣ ਦੀ ਮਹਿਤਾ ਕਾਲੂ ਦੀ ਭਾਵਨਾ ਹੀ ਨਹੀਂ ਬਣੀ, ਬਸ ਚੁੱਪ ਕਰ ਗਿਆ। ਹੁਣ ਇੱਥੇ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ, ਇਸ ਤੋਂ ਬਾਅਦ ਬੇਬੇ ਨਾਨਕੀ ਦਾ ਵਿਆਹ ਹੁੰਦਾ ਗਾ। ਇਸ ਤੋਂ ਬਾਅਦ ਬੇਬੇ ਨਾਨਕੀ ਦਾ ਵਿਆਹ ਹੁੰਦਾ। ਬੇਬੇ ਨਾਨਕੀ ਦਾ ਵਿਚੋਲਾ ਰਾਏ ਬੁਲਾਰ ਤੇ ਦੌਲਤ ਖਾਂ, ਦੋਵਾਂ ਜਣਿਆਂ ਨੇ ਰਲ ਕੇ ਭਾਈ ਜੈ ਰਾਮ ਜੀ, ਜੋ ਕਿ ਉਸ ਟਾਈਮ ਤੇ ਉਹ ਦੌਲਤ ਖਾਂ ਦੇ ਘਰ, ਜਾਣੀ ਕਿ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ, ਮੋਦੀ ਖਾਨੇ ਦੇ ਵਿੱਚ ਬਹੁਤ ਵੱਡੇ ਮਤਲਬ ਕਿ ਅਫਸਰ ਨੇ। ਤੇ ਬੇਬੇ ਨਾਨਕੀ ਦਾ ਇੱਕ ਜੈ ਰਾਮ ਦੇ ਨਾਲ ਵਿਆਹ ਹੋ ਜਾਂਦਾ। ਗੁਰੂ ਨਾਨਕ ਸਾਹਿਬ ਨੇ ਆਪਣੀ ਭੈਣ ਦੇ ਵਿਆਹ ਵਿੱਚ ਕੰਮ ਵੀ ਰੱਜ ਕੇ ਕੀਤਾ, ਤੇ ਆਪਣੀ ਭੈਣ ਦੇ ਨਾਲ, ਜਿਵੇਂ ਅੱਜ ਵੀ ਪਰੰਪਰਾ ਸਾਡੀ ਰੀਤ ਆ, ਭੈਣ ਦੇ ਨਾਲ ਵੀਰ ਜਾਂਦਾ, ਤੇ ਗੁਰੂ ਨਾਨਕ ਸਾਹਿਬ ਨਾਲ ਵੀ ਗਏ। ਕੁਝ ਟਾਈਮ ਰਹੇ ਤੇ ਗੁਰੂ ਨਾਨਕ ਸਾਹਿਬ ਉਸ ਤੋਂ ਬਾਅਦ ਵਾਪਸ ਆ ਗਏ। ਪਰ ਘਰ ਦੇ ਵਿੱਚ ਬਾਬੇ ਨਾਨਕ ਦਾ ਤੇ ਗੁਰੂ ਨਾਨਕ ਸਾਹਿਬ ਦੇ ਬਾਪ ਦਾ ਆਪਸੀ ਸੰਨ ਨਹੀਂ ਮਿਲਦਾਗਾ, ਸੰਨ ਨਹੀਂ ਮਿਲਦਾਗਾ। ਤੇ ਹੁਣ ਇੱਥੇ ਸਿਆਣਿਆਂ ਨੇ ਆ ਕੇ ਕੁਝ ਰਾਏ ਦਿੱਤੀ, ਰਾਏ ਬੁਲਾਰ ਵਰਗਿਆਂ ਨੇ, ਰਾਏ ਬੁਲਾਰ ਵਰਗਿਆਂ ਨੇ ਰਾਏ ਕੀ ਦਿੱਤੀ। ਆਪਣੀ ਵੀ ਆਮ ਕਹਾਵਤ ਹੁੰਦੀ ਆ ਵੀ ਚਲੋ ਜਵਾਨੀ 'ਚ ਬੱਚਾ ਸੰਭਲਿਆ ਨਹੀਂ, ਬਚਪਨ ਵਿੱਚ ਵੀ ਨਹੀਂ ਸੰਭਲਿਆ, ਹੁਣ ਇਹਦਾ ਵਿਆਹ ਕਰ ਦੋ, ਆਪੇ ਠੀਕ ਹੋ ਜਾਊਗਾ। ਵੈਸੇ ਤਾਂ ਇਉਂ ਲੱਗਦਾ ਵੀ ਉਹ ਭਾਵਨਾ ਸਾਡੀ ਗਲਤ ਆ, ਪਰ ਫਿਰ ਵੀ ਇੱਕ ਸਾਡੀ ਲੋਕ ਬੋਲੀ ਆ, ਲੋਕ ਬੋਲੀ ਦੇ ਮੁਤਾਬਕ ਨਾ ਗੁਰੂ ਨਾਨਕ ਸਾਹਿਬ ਦਾ ਵਿਆਹ ਦੀ ਰਾਏ ਦਿੱਤੀ, ਕਹਿੰਦੇ ਵਿਆਹ ਕਰ ਦੋ। ਚਲੋ ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਜਾਂ ਰਿਸ਼ਤੇ ਦੀ ਤਿਆਰੀ ਆ, ਸੁਨੇਹਾ ਲੱਗ ਗਿਆ ਵੀ ਕੋਈ ਰਿਸ਼ਤਾ ਲੱਭੋ ਭਾਈ। ਤੇ ਉਸ ਟਾਈਮ ਤੇ ਹੁਣ ਇੱਥੇ ਇੱਕ ਸਵਾਲ ਹੋਰ ਆ, ਜਿਵੇਂ ਆਪਾਂ ਪਹਿਲਾਂ ਸਵਾਲ ਕੀਤਾ ਸੀ ਨਾ ਆਰੰਭਤਾ ਦੇ ਵਿੱਚ, ਵੀ ਬੇਬੇ ਨਾਨਕੀ ਦਾ ਵਿਚੋਲਾ ਕੌਣ? ਰਾਏ ਬੁਲਾਰ। ਤੇ ਬਾਬੇ ਨਾਨਕ ਦਾ ਵਿਚੋਲਾ ਕੌਣ? ਬਾਬੇ ਨਾਨਕ ਦਾ ਵਿਚੋਲਾ ਬੇਬੇ ਨਾਨਕੀ ਦੇ ਘਰ ਵਾਲਾ, ਜਾਣੀ ਕਿ ਜੈ ਰਾਮ ਹੀ ਬਣ ਗਿਆ, ਘਰੋਂ ਹੀ ਵਿਚੋਲਾ ਬਣ ਗਿਆ। ਹੁਣ ਰਿਸ਼ਤਾ ਕਿਹਦੇ ਨਾਲ ਬਣਦਾਗਾ? ਬਟਾਲੇ ਦੀ ਧਰਤੀ ਤੇ ਇੱਕ ਪਰਿਵਾਰ ਰਹਿੰਦਾਗਾ, ਜਿਹਦਾ ਨਾਮ ਮੂਲ ਚੰਦ, ਤੇ ਗੁਰੂ ਨਾਨਕ ਸਾਹਿਬ ਦੀ ਸੱਸ ਦਾ ਨਾਮ ਚੰਦੋ ਰਾਣੀ। ਹੁਣ ਜਿਹੜਾ ਬਟਾਲੇ ਦੀ ਧਰਤੀ ਤੇ ਪਰਿਵਾਰ ਰਹਿੰਦਾ, ਇਹਨਾਂ ਦੇ ਨਾਲ ਜੈ ਰਾਮ ਦਾ ਸਨੇਹ ਆ, ਪਿਆਰ ਆ, ਆਉਣ ਜਾਣ ਬਣਿਆ ਰਹਿੰਦਾ। ਕਿਉਂ ਬਣਿਆ ਰਹਿੰਦਾ? ਕਿਉਂਕਿ ਜੈ ਰਾਮ ਸਰਕਾਰੀ ਮੁਲਾਜ਼ਮ ਆ, ਤੇ ਇਧਰੋਂ ਰਾਏ ਬੁਲਾਰ ਤੇ ਆਪਣਾ ਦੌਲਤ ਖਾਂ ਦਾ ਸੰਨ ਮਿਲਿਆ ਹੋਇਆ ਸੀ, ਕਿਉਂਕਿ ਦੌਲਤ ਖਾਂ ਵੀ ਇੱਕ ਮੋਢੀ ਆ, ਸੁਲਤਾਨਪੁਰ ਦੀ ਧਰਤੀ ਦਾ ਮੁਖੀ ਆਗਾ, ਤੇ ਇਧਰੋਂ ਰਾਏ ਬੁਲਾਰ ਤਲਵੰਡੀ ਦਾ ਮੁਖੀ ਆ।
ਹੁਣ ਰਾਏ ਬੁਲਾਰ ਦਾ ਜਿਹੜਾ ਪਟਵਾਰੀ ਨਾਲ ਸੰਬੰਧ ਆ ਉਹ ਵੀ ਸਰਕਾਰੀ ਮੁਲਾਜ਼ਮ ਕਰਕੇ ਜੁੜਿਆ ਹੋਇਆ ਗਾ। ਉਧਰੋਂ ਦੌਲਤ ਖਾਂ ਦਾ ਤੇ ਭਾਈ ਜੈ ਰਾਮ ਦਾ ਜਿਹੜਾ ਸੰਬੰਧ ਆ ਉਹ ਵੀ ਮੂਲ ਚੰਦ ਨਾਲ ਬਟਾਲੇ ਦੀ ਧਰਤੀ ਤੇ ਜੁੜਿਆ ਹੋਇਆ। ਕਿਉਂਕਿ ਮੂਲ ਚੰਦ ਵੀ ਪਟਵਾਰੀ ਆ। ਜੇ ਬਾਬੇ ਨਾਨਕ ਦਾ ਬਾਪ ਪਟਵਾਰੀ ਆ ਨਾ, ਕੁਦਰਤੀ ਇਹ ਰਿਸ਼ਤਾ ਜੁੜਿਆ। ਉਧਰੋਂ ਜਿਹੜੀ ਭਾਵ ਚੰਦੋ ਰਾਣੀ ਆ ਉਹਦੇ ਘਰ ਵਾਲਾ ਮੂਲ ਚੰਦ ਤੇ ਉਹਨਾਂ ਦੀ ਇੱਕ ਧੀ ਆ ਗਈ। ਧੀ ਦਾ ਨਾਮ ਕੀ ਆ ਉਹ ਤੁਸੀਂ ਸਾਰੇ ਜਾਣਦੇ ਹੋ, ਜਿਹਨੂੰ ਆਪਾਂ ਪਿਆਰ ਦੇ ਨਾਲ ਮਾਤਾ ਸੁਲੱਖਣੀ ਕਹਿੰਦੇ ਆ। ਬੇਬੇ ਨਾਨਕ ਦੀ ਘਰ ਵਾਲੀ, ਇੱਕ ਧੀ ਇੱਧਰ ਇੱਕ ਪੁੱਤ, ਰਿਸ਼ਤਾ ਜੁੜ ਗਿਆ। ਸੰਨ ਚ ਪੈ ਕੇ ਕਿਹਨੇ ਕਰਾਇਆ ਰਿਸ਼ਤਾ? ਜੈ ਰਾਮ ਨੇ, ਬਟਾਲੇ ਦੀ ਧਰਤੀ ਦਾ। ਚਲੋ, ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਵਿਆਹ ਵੀ ਹੋ ਗਿਆ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਬਾਪੂ ਦੀ ਅਣਬਣੀ ਆ, ਅਜੇ ਸੰਭਲਿਆ ਨਹੀਂਗਾ। ਨਿੱਕੀਆਂ ਨਿੱਕੀਆਂ ਹੋਰ ਵੀ ਗਥਾਵਾਂ ਨਾਲ ਬਹੁਤ ਜੁੜੀਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਦੇ ਘਰ 2 ਬੱਚਿਆਂ ਦਾ ਜਨਮ ਹੁੰਦਾ ਗਾ। ਇੱਕ ਦਾ ਨਾਮ ਸ੍ਰੀ ਚੰਦ ਤੇ ਇੱਕ ਦਾ ਨਾਮ ਲਖਮੀ ਦਾਸ ਰੱਖਿਆ ਗਿਆ। ਤੇ ਇੱਥੋਂ ਨਾ ਹੁਣ ਜੈ ਰਾਮ ਨੇ ਵਿਆਹ ਕਰਾਉਣ ਤੋਂ ਬਾਅਦ ਵੀ ਬਾਬੇ ਨਾਨਕ ਦਾ ਸੁਭਾਅ ਉਹੀ ਆ, ਜਿਹੜੀ ਤਲਵੰਡੀ ਦੇ ਧਰਤੀ ਤੇ ਰਹਿ ਕੀਤੀ ਵੀ ਆਪਾਂ ਸੱਚ ਦਾ ਪ੍ਰਚਾਰ ਕਰਨਾ, ਸੱਚ ਦੀ ਗੱਲ ਕਰਨੀ ਆ, ਆਪਾਂ ਭਲੇ ਦੇ ਕੰਮ ਕਰਨੇ ਨੇਗੇ। ਜਿੱਥੇ ਆਪਾਂ ਦੁਨਿਆਵੀ ਤਲ ਤੇ ਆਪਣਾ ਪਰਿਵਾਰ ਪਾਲਣਾ ਨਾ, ਤੇ ਉੱਥੇ ਆਪਾਂ ਭਲੇ ਦੇ ਕਾਰਜ ਵੀ ਕਰਨੇ ਨੇ। ਤਾਂ ਉਹ ਸੁਭਾਅ ਮਹਿਤਾ ਕਾਲੂ ਨੂੰ ਚੰਗਾ ਨਹੀਂ ਲੱਗਦਾ। ਤੇ ਇੱਥੇ ਰਾਏ ਬੁਲਾਰ ਤੇ ਇਧਰੋਂ ਆਪਾਂ ਨੂੰ ਪਤਾ ਗਾ ਦੌਲਤ ਖਾਂ, ਉਹਨਾਂ ਨੇ ਰਾਏ ਕੀਤੀ ਸੰਨ ਦੇ ਵਿੱਚ ਜੈ ਰਾਮ ਨੂੰ ਪਾ ਕੇ। ਕਹਿੰਦੇ ਰਾਏ ਬੁਲਾਰ ਨੂੰ ਨਾ ਬਾਬੇ ਨਾਨਕ ਤੇ ਤਰਸ ਬਹੁਤ ਆਉਂਦਾ। ਕਹਿੰਦਾ ਮੈਂ ਕੁਛ ਕਰ ਵੀ ਨਹੀਂ ਸਕਦਾ, ਪਰ ਮੈਨੂੰ ਤਰਸ ਬਹੁਤ ਆਉਂਦਾ, ਇਹਦਾ ਕੋਈ ਹੱਲ ਕਰੀਏ। ਆਪਾਂ ਹੱਲ ਕੀ ਕਰਨਾਗਾ? ਆਪਾਂ ਨਾ ਸੁਲਤਾਨਪੁਰ ਤੋਰ ਦਿੰਨੇ ਆ ਤੇ ਉੱਥੇ ਇਹਨੂੰ ਡਿਊਟੀ ਦੇ ਦਿੰਨੇ ਆ। ਤੇ ਡਿਊਟੀ ਕੀ ਦੇਣੀ ਆ? ਉਹ ਡਿਊਟੀ ਨੂੰ ਵੈਸੇ ਤਾਂ ਨਾ ਸਾਡੇ ਪ੍ਰਚਾਰਕ ਵੀਰਾਂ ਨੇ ਦਿਖਾਇਆਗਾ ਛੋਟਾ ਜਿਹਾ ਨਮੂਨਾ ਦਿਖਾਇਆ ਉਸ ਡਿਊਟੀ ਦਾ, ਪਰ ਉਹ ਡਿਊਟੀ ਉਸ ਟਾਈਮ ਤੇ ਬਹੁਤ ਵੱਡੀ ਆ। ਬਾਬੇ ਨਾਨਕ ਨੂੰ ਨਾ ਮਾਲ ਅਫਸਰ ਬਣਾਤਾ ਸੀਗਾ। ਜਾਣੀ ਕਿ ਦੌਲਤ ਖਾਂ ਨੇ ਆਪਣੇ ਘਰ ਦੇ ਵਿੱਚ ਜੋ ਵੀ ਬਾਹਰੋਂ ਅੰਦਰੋਂ ਵਪਾਰੀ ਢਾਂਚੇ ਨਾਲ ਜੁੜਨ ਕਰਕੇ ਸਾਜੋ ਸਮਾਨ ਆਉਂਦਾ, ਸਾਰੇ ਦਾ ਮਾਲਕ, ਸਾਰੇ ਦੀ ਜਾਣੀ ਕਿ ਜ਼ਿੰਮੇਵਾਰੀ ਬਾਬੇ ਨਾਨਕ ਨੂੰ ਦਿੱਤੀ ਸੀਗੀ। ਰਾਏ ਬਣਾ ਕੇ ਨਾ ਮੋਦੀ ਖਾਨੇ ਦੇ ਵਿੱਚ ਬਾਬੇ ਨਾਨਕ ਨੂੰ ਮੋਦੀ ਦੀ ਡਿਊਟੀ ਤੇ ਲਾਤਾ। ਉੱਥੇ ਮਤਲਬ ਕਿ ਗੁਰੂ ਨਾਨਕ ਸਾਹਿਬ ਦੇ ਬਾਪ ਨੇ ਘਰੋਂ ਤੋਰਤਾ, ਜਾ ਮੈਂ ਨਹੀਂ ਤੈਨੂੰ ਇੱਥੇ ਰੱਖਣਾਗਾ, ਕਿਉਂਕਿ ਤੇਰਾ ਸੁਭਾਅ ਮੇਰੇ ਸੁਭਾਅ ਨਾਲ ਮੈਚ ਨਹੀਂ ਕਰਦਾ। ਪਰ ਹੁਣ ਕੁਦਰਤੀ ਕੀ ਹੋਇਆਗਾ, ਗੁਰੂ ਨਾਨਕ ਸਾਹਿਬ ਨੂੰ ਜਦੋਂ ਡਿਊਟੀ ਤੇ ਉੱਥੇ ਸੁਸ਼ੋਭਿਤ ਕੀਤਾ ਗਿਆ, ਹਾਜ਼ਰ ਕੀਤਾ ਗਿਆ, ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਵਿਰੋਧ 'ਚ ਬਹੁਤ ਖੜੇ ਹੋ ਗਏ। ਹੁਣ ਇਹੀ ਹਾਲ ਇੱਥੇ ਸੀ। ਪਹਿਲਾਂ ਤਾਂ ਪੰਡਤ ਹੀ ਵਿਰੋਧ 'ਚ ਹੋ ਗਏ ਨਾ, ਜਿਨ੍ਹਾਂ ਨੂੰ ਜਨੇਊ ਪਾਉਣ ਤੋਂ ਮਨਾ ਕੀਤਾਗਾ। ਤੇ ਪੰਡਤ ਨੇ ਜਾ ਕੇ ਪੂਰੇ ਪਿੰਡ 'ਚ, ਪੂਰੇ ਸ਼ਹਿਰ ਦੇ ਵਿੱਚ ਭੰਡੀ ਪ੍ਰਚਾਰ ਕੀਤਾ। ਕਹਿੰਦਾ ਨਕੰਮਾ ਹੀ ਆ ਬੰਦਾ, ਕਰਨੀ ਅਗਲੇ ਨੇ ਤਾਂ ਨਾ, ਨਕੰਮਾ ਹੀ ਆ ਬੰਦਾ, ਵਧੀਆ ਨਹੀਂ ਹੈਗਾਗਾ। ਲੈ ਮੇਰੀ ਵੀ ਬੇਇੱਜ਼ਤੀ ਕਰਤੀ। ਹੁਣ ਜੇ ਇੱਕ ਨੂੰ ਇੱਕ ਨੇ ਦੱਸਿਆ, ਦੋ ਨੂੰ ਦੋ ਨੇ ਦੱਸਿਆ, ਚਾਰ ਨੂੰ ਚਾਰ ਨੇ ਦੱਸਿਆ, 8 ਕਿੱਡਾ ਵੱਡਾ ਗਰੁੱਪ ਬਣ ਗਿਆ ਵਿਰੋਧੀਆਂ ਦਾ। ਵਿਰੋਧੀ ਧਿਰ ਤਾਂ ਇੱਥੋਂ ਤੱਕ ਪ੍ਰਚਾਰ ਕਰ ਗਈ ਸੀ। ਕਿੱਥੋਂ ਤੱਕ? ਜਦੋਂ ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਹੋ ਗਿਆ ਸੀ ਨਾ, ਰਿਸ਼ਤਾ ਬਟਾਲੇ ਦੀ ਧਰਤੀ ਤੇ ਨਾਤਾ ਜੁੜ ਗਿਆ, ਮਾਤਾ ਸੁਲੱਖਣੀ ਨੂੰ ਵਿਆਹ ਕੇ ਲਿਆਂਦਾ। ਤੇ ਗੁਰੂ ਨਾਨਕ ਸਾਹਿਬ ਜਦੋਂ ਆਪਣੇ ਸਹੁਰੀ ਗਏ ਨੇ, ਅੱਜ ਵੀ ਉਹ ਕੰਧ ਖੜੀ ਆ। ਵਿਰੋਧੀਆਂ ਦਾ ਦੇਖੋ ਕਿੱਥੋਂ ਤੱਕ ਜ਼ੋਰ ਚੱਲਦਾ ਹੈਗਾ। ਆਪਾਂ ਕਹਿੰਦੇ ਨਾ ਵਿਰੋਧੀ ਸੱਚ ਦੇ ਬੋਲਣ ਵਾਲਿਆਂ ਦੇ ਕੱਲੇ ਪਿੰਡ 'ਚ ਨਹੀਂ, ਕੱਲੇ ਇੱਕ ਇਲਾਕੇ 'ਚ ਨਹੀਂ, ਉਹ ਤਾਂ ਜਿੱਥੇ ਜਿੱਥੇ ਸੱਚ ਦਾ ਬੁਲਾਰਾ ਨਾ ਜਾਊਗਾ, ਉੱਥੇ ਉੱਥੇ ਵਿਰੋਧੀਆਂ ਨੇ ਤਾਂ ਆਪਣੇ ਬੰਦੇ ਖੜੇ ਕਰ ਦੇਣੇ ਨੇ। ਉਹਨਾਂ ਦਾ ਸੁਭਾਅ ਹੈਗਾ। ਪਰ ਗੁਰੂ ਨਾਨਕ ਸਾਹਿਬ ਬੇਪਰਵਾਹ, ਪ੍ਰਭ ਕੋ ਸਿਮਰੈ ਬੇਮੁਹਤਾਜੀ। ਤੇ ਉੱਥੇ ਕੀ ਕਹਾਣੀ ਬਣੀ ਸੀਗੀ? ਵੈਸੇ ਤਾਂ ਉਹ ਕਹਾਣੀ ਨੂੰ ਨਾ ਇਦਾਂ ਬਣਾਇਆ ਗਿਆ ਵੀ ਬਾਬੇ ਨਾਨਕ ਦੀਆਂ ਜਾਣੀ ਕਿ ਜੋ ਭੈਣਾਂ ਥਾਂ ਸਿਰ ਲੱਗਦੀਆਂ ਨਾ, ਆਪਾਂ ਆਮ ਹੀ ਕਹਿ ਦਿੰਦੇ ਆ ਭਰਜਾਈਆਂ ਵਗੈਰਾ ਲੱਗਦੀਆਂ ਨੇ, ਵੀ ਉਹਨਾਂ ਨੇ ਚੌੜ ਕਰ ਦਿੰਦੀਆਂ ਨੇ ਨਾ, ਕੰਧ ਨੂੰ ਧੱਕਾ ਦੇਣਾ ਚਾਹਿਆ ਵੀ ਬਾਬੇ ਨਾਨਕ ਦੇ ਉੱਤੇ ਸੁੱਟ ਦਿੰਨੇ ਆ। ਪਰ ਨਹੀਂ, ਉਹ ਤਾਂ ਸਾਨੂੰ ਨਾ ਆਮ ਸਾਖੀਆਂ ਗਲਤ ਮਿਲਦੀਆਂ ਨੇ। ਪਰ ਉਹ ਕੰਧ ਨੂੰ ਧੱਕਾ ਦੇਣ ਵਾਲੇ ਭਲਾ ਕੌਣ ਸੀ? ਹੁਣ ਇੱਥੇ ਬੁੱਝਣਾ ਪਊਗਾ। ਬਾਬਾ ਨਾਨਕ ਬੈਠਾ ਨਾ ਆਪਣੇ ਸਹੁਰੇ ਘਰ, ਇੱਕ ਮਸ਼ਕਰੀ ਦੇ ਰੂਪ 'ਚ ਆਪਾਂ ਗੱਲ ਸੁਣ ਲਈ, ਪਰ ਨਹੀਂ, ਪਰ ਉਹ ਕੰਧ ਨੂੰ ਧੱਕਾ ਦੇਣ ਵਾਲਾ ਜਾਂ ਧੱਕਾ ਦਬਾਉਣ ਵਾਲਾ ਪੁਜਾਰੀ ਬਾਬੇ ਨਾਨਕ ਦੇ ਸਹੁਰੀ ਵਗ ਗਿਆ ਸੀਗਾ। ਪੁਜਾਰੀ ਵਗ ਗਿਆ ਸੀ ਉੱਥੇ ਵੀ ਇਹਨੂੰ ਨਾ ਕੰਧ ਥੱਲੇ ਦੱਬ ਕੇ ਮਾਰ ਦੋ, ਨਾ ਕੋਈ ਲੱਤ ਬਾਂਹ ਟੁੱਟ ਜੂਗੀ, ਆਪੇ ਬੈਠਾ ਰਹੂਗਾ, ਕਿਵੇਂ ਨਾ ਕਿਵੇਂ ਕਰਕੇ ਖਤਮ ਕਰ ਦਿਓ ਇਹਨੂੰ, ਕੰਧ ਨੂੰ ਧੱਕਾ। ਪਰ ਸੱਚ ਜਾਣਿਓ, ਜਦੋਂ
पता लग्या ना बेनती की उठ खड़ो इत्थे कंध ना डिग पऊगी, आ देखो चौड़ करी जांदे ने, जां किद्दां ही ला लो, तां उस टाइम ते बाबे नानक ने किहा सी भी कंध कदे भी नहीं डिगेगी। अज भी वो कंध खड़ी आ, अजे मारसे वालियां दी भेट वो चढ़ी नहीं। बहुता समान तो मारसे वालियां दी भेट चढ़ गया ना, जिन्हां नूं असीं बहुत प्यारे मनदे आ, माफ करना, वो जिन्हां नूं प्यारे मनदे आ ना, ये तां आम ने, ते जिथे एजेंसी दे मुੱਢ बैठे ने उथे खास बैठे आ, जिन्हां दा नाता ना वो फुੱਲ वालियां नाल जुड़िया होया हैगा भी तुसीं पुरानी निशानी नहीं छड्डणी गी, पुरानी नहीं छड्डणी, ना ना ना। सुल्तानपुर दी धरती तो जिहड़ा तां सिखां दे नाल संबंधित नाता सी ना, वो तां बहुत कुछ खत्म करता इन्हां ने, बहुत कुछ खत्म करता। पर एक चीज बची पई आ उत्थे, एक चीज बची पई आ, की बची पई आ? मसीत बची पई आ। ते मुसलमान भरावां नूं मारसे वाले कहंदे असीं ढाह के बना दिंने आ, वो कहंदे खबरदार जे अंदर आए, वो कहंदे क्यों? कहंदे ना 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 ना, ये कल्ली असीं मसीत करके नहीं इत्थे आउंदे, इत्थे साडा बाबा नानक बैठा। अगलियां ने जवाब आ दित्ता गा, इत्थे बाबा नानक बैठा, असीं बाबे नानक दे दर्शन करन मसीत च आउंदे आ। क्यों? क्योंकि साडी मसीत च आके ना बाबे नानक ने सच दा होका दित्ता सीगा, तां असीं इत्थे आउंदे आ। खबरदार असीं तां मसीत पुराणी ही रखांगे। अच्छा, पुरानी मसीत तो दिसदा की आ? अज भी सुल्तानपुर जाओ, जदों पुरानी मसीत दे दर्शन करोगे ना, वो मसीत विचों बाबा नानक दिंदा गा। भावें बाहरी तौर ते एक धार्मिक चिन्ह जिहड़ा ना, वो धार्मिक द्वारा जिहड़ा वो भावें मुसलमान भरावां दा गा, पर ओहदे विचों एक की दिंदा गा, बाबे नानक दे दर्शन हुंदे ने। काश साडी कौम नूं जाग आ जे, जाग आ जे, चंगी गल आ, हना। ते नहीं तां भाई संग मर मर थल्ले, पत्थर थल्ले, सोने थल्ले साडा इतिहास बहुत ज्यादा नपता। सब तो बड़ा नुकसान ना पता कित्थे धरती ते होएगा? जे तुहानूं कोई पुछे सब तो बड़ा नुकसान सिख धर्म दा कार सेवा वालियां ने कित्थे कीता गा? ये सवाल है एक, तुसीं जवाब भला की दिओगे? देखो नुकसान तो हर थां ही होया, इत्थे सोडे पिंड भी होया पिया। चलो छेवें पातशाह ने जिथे कुछ बन्ने अपने घोड़े वगैरह बन्ने, रख सकते सी आपां उह चीज़ नूं, इत्थे एड्डी वड्डी गल नहीं भी नहीं रख सकते, रख सकते आ, पर किधर गई? बुझो भला, आउण वाले टाइम सारा कुछ गायब करना ना, साडी नवीं जनरेशन नूं, नवीं पीढ़ी नूं की पता लगूगा? अच्छा, सब तो बड़ा घाण कित्थे होयागा? पहलां तां इह लभो आपां इतिहास दे विचों, सब तो बड़ा इतिहास कित्थों दा? वैसे इतिहास सारा ही वड्डा गा, इहदे विच कोई शक नहीं, पर किते ना किते क्वालिटी जुड़ी हुंदी आ भी सब तो वड्डा इतिहास कित्थों दा। वैसे तो सब थाईं दे वड्डा गा, पर जदों असीं पुछांगे ना अपने आप नूं, जां तां फतेहगढ़ साहिब आ जांदा साडा ध्यान भी सब तो वड्डी मिलिआई फतेहगढ़ साहिब पई आ। जे आपां उदों भी फास्ट गल करिए ना, ते जे मिलिआई देखणी आ, ते फिर सब तो वड्डी जिहड़ी इतिहासक गवाही आ ना, वो चमकौर दी धरती दी मिलदी आ। चमकौर साहब दी धरती दी, जिथे 5 प्यारिਆਂ ਵਿੱਚੋਂ 3 प्यारे शहीद, जिथे 4 साहिबजादिਆਂ ਵਿੱਚੋਂ 2 साहिबजादे शहीद, कल्ली मिलिआई आ उत्थे, कल्ली मिलिआई। ਜਿਹੜੇ ਨਾਲ 40 ਹੋਰ ਨੇ ਉਹ ਵੀ ਮਿਲਿਆਈ ਆ, कल्ली कल्ली मिलिआई। उत्थे मिलिआई मिलिआई नितर के ना 10वें पातशाह ਉਂਗਲ ਨਾਲ ਲਾ ਕੇ ਸਾਰੀ ਉੱਥੇ ਛੱਡਿਆ ਏ। 3 ਜਣੇ ਖਾਲੀ ਆਏ ਨੇ ਉੱਥੋਂ, दया सिंह, धर्म सिंह, मान सिंह, हिम्मत सिंह ते गुरु गोबिंद सिंह। ते सच्चे पातशाह जी ना सारी मिलाई उत्थे ला के रखिया है। ते अज तुसीं चमकौर साहिब जाओ, माफ करने गल्लां तां कहनी पैगी भी सानूं समझण दी लोड़ आ। चमकौर साहिब दी धरती ते पुरानी एक भी चीज़ नहीं तुहानूं उत्थे आऊगी। पुरानी नूं नवीं च तब्दील करता, इट्टां कहंदे असीं ओहो जिहियां बना के ला दिंदे आ। इट्टां मिल जाणगीਆਂ ओहो जिहियां, कच्चियां इट्टां भी तुसीं ला दोगे ओहो जिहियां लग जाणगीਆਂ, पर वो खून दीयां भिज्जियां होईयां इट्टां कित्थे? साडा इतिहास जवाब मंगदा, वो खून दी भिज्जी इट्ट कित्थे आ? मां दी थां कोई होर बुढ़ी मां नहीं बन सकदी, बाप दी थां ते कोई होर बाप नहीं बन सकदा, सके भैण भरा दी थां ते कोई होर सके भैण भाई दा रोल नहीं निभा सकदा। होर बड़े मित्र ने साडे, सके भैण भरावां नालों वध प्यार दे सकदे आ, मां नालों वध प्यार चाची ताई दे सकदी आ, पर चेता रखियो
ਆਪਣਿਆਂ ਨਾਲੋਂ ਵੱਧ ਕੇ, ਆਪਣੇ ਖੂਨ ਨਾਲੋਂ ਵੱਧ ਕੇ ਤੁਹਾਨੂੰ ਕਿਤੇ ਕੁਝ ਨਹੀਂ ਮਿਲਣਾਗਾ। ਪਰ ਉਹ ਖੂਨ ਦੀਆਂ ਭਿੱਜਾਂ ਇੱਟਾਂ ਦਾ ਜਵਾਬ ਸਵਾਲ ਸਾਡੀ ਕੌਮ ਤੋਂ ਅੱਜ ਮੰਗਿਆ ਜਾਂਦਾ। ਗੁਰੂ ਕਿਰਪਾ ਕਰੇ, ਜਿਹੜੀ ਆਪਣੀ ਵਿਚਾਰ ਸੀ ਨਾ ਉਹ ਕੰਧ ਅੱਜ ਬਚੀ ਵੀ ਆ। ਭਾਈ ਸ਼ੁਕਰ ਆ ਦਾਤੇ ਦਾ ਜੋ ਬਚੀ ਵੀ। ਆਪਣੀ ਨਿੱਕ ਥੋੜੀ ਜਿਹੀ ਵਿਚਾਰ ਪਾਸੇ ਚਲੀ ਗਈ ਸੀ, ਮਾਫੀ ਚਾਹੁੰਦੇ ਆ। ਤੇ ਗੁਰੂ ਨਾਨਕ ਸਾਹਿਬ ਤੇ ਉੱਥੇ ਪੁਜਾਰੀ ਨੇ ਜਾ ਕੇ ਭਾਈ ਕੰਧ ਸੁੱਟਣ ਦਾ ਯਤਨ ਕੀਤਾ। ਇੱਥੋਂ ਗੁਰੂ ਨਾਨਕ ਸਾਹਿਬ ਨੂੰ ਫਿਰ ਮਾਲ ਅਫਸਰ ਨਿਯੁਕਤ ਕੀਤਾ ਗਿਆ, ਜਿਹਨੂੰ ਇਤਿਹਾਸਕ ਗਵਾਹੀ ਦੇ ਮੁਤਾਬਕ ਆਪਾਂ ਇਹ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਨੂੰ ਮੋਦੀ ਖਾਨੇ ਦੇ ਵਿੱਚ ਡਿਊਟੀ ਮਿਲ ਗਈ। ਤੇ ਡਿਊਟੀ ਜਦੋਂ ਮਿਲ ਗਈ ਨਾ, ਕੁਛ ਤਾਂ ਉੱਥੇ ਹੀ ਵਿਰੋਧੀ ਬਣ ਗਏ, ਕੁਛ ਤਾਂ ਉਹੀ ਵਿਰੋਧੀ ਬਣ ਗਏ ਵੀ ਭਾਵ ਕਿੱਥੋਂ ਆ ਗਿਆ ਇਹ, ਕੌਣ ਆ ਇਹ, ਕੀ ਗੱਲਬਾਤ ਆ। ਤੇ ਜਦੋਂ ਤਲਵੰਡੀ ਵਾਲੇ ਪੁਜਾਰੀਆਂ ਨੂੰ ਪਤਾ ਲੱਗ ਗਿਆ, ਤਲਵੰਡੀ ਵਾਲੇ ਪੁਜਾਰੀਆਂ ਨੂੰ ਪਤਾ ਲੱਗ ਗਿਆ ਨਾ, ਇਹਨਾਂ ਨੇ ਜਾ ਕੇ ਫਿਰ ਸੁਲਤਾਨਪੁਰ ਵੀ ਰੌਲਾ ਪਾਤਾ। ਤੇ ਸੁਲਤਾਨਪੁਰ ਇੱਕ ਨਾ ਪੂਰੇ ਪੰਜਾਬ ਦਾ, ਵਿੱਚੇ ਪਾਕਿਸਤਾਨ ਤੇ ਵਿੱਚੇ ਪੰਜਾਬ, ਦੋਵੇਂ ਲਹਿੰਦਾ ਤੇ ਚੜ੍ਹਦੇ ਪੰਜਾਬ ਦਾ ਇੱਕ ਮੰਨਿਆ ਪਰਮੰਨਿਆ ਸ਼ਹਿਰ ਆ। ਤੇ ਤੁਸੀਂ ਕਹੋਗੇ ਵੀ ਤੁਹਾਡੇ ਕੋਲੇ ਪ੍ਰੂਫ ਇਹ ਆ, ਜਿਹੜੇ ਸ਼ਹਿਰ ਦੇ ਵਿੱਚ ਨਾ ਪ੍ਰਧਾਨ ਮੰਤਰੀ ਦੇ ਬੱਚੇ ਪੜ੍ਹਨ, ਪ੍ਰਧਾਨ ਮੰਤਰੀ ਦੇ ਬੱਚਿਆਂ ਦੀ ਪੜ੍ਹਾਈ ਹੋਵੇ, ਉਹ ਸ਼ਹਿਰ ਤੁਹਾਡੀ ਨਿਗਾਹ ਦੇ ਵਿੱਚ, ਆਪਣੀ ਨਿਗਾਹ ਦੇ ਵਿੱਚ ਛੋਟਾ ਹੋਊ ਕਿ ਵੱਡਾ ਹੋਊ? ਭਲਾ ਵੱਡਾ ਹੀ ਹੋਊ ਨਾ, ਜਿੱਥੇ ਮੰਤਰੀਆਂ ਦੇ ਬੱਚੇ ਪੜ੍ਹਨ ਜਿੱਥੇ। ਤੇ ਹੁਣ ਚੇਤਾ ਰੱਖਿਓ, ਸ਼ਾਹਜਹਾਨ ਦੇ ਬੱਚੇ ਔਰੰਗਜ਼ੇਬ ਤੇ ਦਾਰਾ ਸਕੋ, ਬੱਚੇ ਤਾਂ 4 ਆ ਨਾ। 2 ਪੁੱਤ ਸੁਲਤਾਨਪੁਰ ਦੀ ਧਰਤੀ ਤੇ ਪੜ੍ਹ ਕੇ ਗਏ ਨੇ। ਦਿੱਲੀ ਦੇ ਬਾਦਸ਼ਾਹ ਦੇ ਬੱਚੇ ਸੁਲਤਾਨਪੁਰ ਦੀ ਧਰਤੀ ਤੇ ਪੜ੍ਹ ਕੇ ਗਏ ਨੇਗੇ। ਐਡਾ ਵੱਡਾ ਸ਼ਹਿਰ ਆ, ਉਸ ਸ਼ਹਿਰ ਦੇ ਵਿੱਚ ਬਾਬਾ ਨਾਨਕ ਗਿਆ। ਤੇ ਉਸ ਤੋਂ ਬਾਅਦ ਦੀ ਘਟਨਾ ਕਿਵੇਂ ਆ ਉਹ ਆਪਾਂ ਕੱਲ ਨੂੰ ਵਿਚਾਰਾਂਗੇ। ਇੱਥੇ ਖਿਮਾ ਚਾਹੁੰਦੇ ਆ, ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ ਸੰਗਤ ਤੇ ਗੁਰੂ ਸਾਹਿਬ ਬਖਸ਼ਣਯੋਗ ਨੇ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ